ਨਾਟਕ ਪਿਆਸਾ ਕਾਂ ਮੈਂ 2009 ਦੇ ਵਿੱਚ ਲਿਖਿਆ ਸੀ। ਇਸ ਨਾਟਕ ਦੀ ਬਣਤਰ ਜਾਂ ਇਸ ਨਾਟਕ ਦਾ ਵਿਸ਼ਾ 2007-8 ਤੋਂ ਹੀ ਮੇਰੇ ਦਿਮਾਗ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ। ਪਰ ਉਸ ਵੇਲੇ ਤੱਕ ਅਜਿਹਾ ਨਹੀਂ ਸੀ ਮੈਨੂੰ ਲੱਗਦਾ ਕਿ ਮੈਂ ਇਸ ਨੂੰ ਇੱਕ ਸੋਲੋ ਨਾਟਕ ਦੇ ਤੌਰ ਤੇ ਲਿਖਾਂਗਾ, ਭਾਵ ਇੱਕ ਅਦਾਕਾਰੀ ਨਾਟਕ ਦੇ ਤੌਰ ਤੇ ਲਿਖਾਂਗਾ। ਉਸ ਵੇਲੇ ਮੈਂ ਡੀਐਮ ਕਾਲਜ ਮੋਗੇ ਪੜ੍ਹਾ ਰਿਹਾ ਸੀ। ਮੈਂ ਲਗਾਤਾਰ ਇੱਕ ਚੀਜ਼ ਮਹਿਸੂਸ ਕਰਦਾ ਸੀ ਹਮੇਸ਼ਾ ਹੀ, ਉਹ ਇਹ ਕਿ ਦੇਸ਼ ਦਾ ਸਿੱਖਿਆ ਢਾਂਚਾ, ਖਾਸ ਤੌਰ ਤੇ ਪੰਜਾਬ ਦਾ, ਲਗਾਤਾਰ ਡਿਟੀਰੀਓਰੇਟ ਹੋ ਰਿਹਾ। ਇਹਦੇ ਵਿੱਚ ਲਗਾਤਾਰ ਨਿਘਾਰ ਦੀ ਸਥਿਤੀ ਬਣੀ ਹੋਈ ਹੈ ਔਰ ਨਾ ਸਰਕਾਰਾਂ, ਨਾ ਸੰਸਥਾਵਾਂ ਤੇ ਨਾ ਅਸੀਂ ਆਪ ਸਿੱਖਿਆ ਨਾਲ ਜੁੜੇ ਲੋਕ ਆਪ ਇਸ ਨੂੰ ਸੰਭਾਲਣ ਲਈ ਕੁਝ ਕਰ ਰਹੇ ਹਾਂ। ਖਾਸ ਤੌਰ ਤੇ ਜਿਹੜੀ ਨਿਰਾਸ਼ਾਜਨਕ ਸਥਿਤੀ ਮੇਰੇ ਲਈ ਜਾਤੀ ਤੌਰ ਤੇ ਸੀ, ਉਹ ਇਹ ਸੀ ਕਿ ਮੈਂ ਜਦੋਂ ਕਲਾਸ ਵਿੱਚ ਪੜ੍ਹਾਉਣ ਜਾਂਦਾ ਸੀ ਤਾਂ ਵਿਦਿਆਰਥੀ ਉਨੀ ਦਿਲਚਸਪੀ ਨਾਲ ਸੁਣਦੇ ਨਹੀਂ ਸੀ, ਪੜ੍ਹਦੇ ਨਹੀਂ ਸੀ। ਹਾਲਾਂਕਿ ਮੈਂ ਆਪਣੇ ਆਪ ਨੂੰ ਇੱਕ ਚੰਗਾ ਅਧਿਆਪਕ ਸਮਝਦਾ ਔਰ ਮੇਰੇ ਵਿਦਿਆਰਥੀ ਵੀ ਘੱਟੋ ਘੱਟ ਦਿਲਚਸਪੀ ਦੇ ਪੱਧਰ ਤੇ ਕਦੇ ਨਹੀਂ ਸੀ ਕਹਿੰਦੇ ਕਿ ਮੈਂ ਉਹਨਾਂ ਨੂੰ ਬੋਰ ਕਰਦਾ ਜਾਂ ਮੈਂ ਇੱਕ ਚੰਗਾ ਟੀਚਰ ਨਹੀਂ ਹਾਂ। ਪਰ ਕੁੱਲ ਮਿਲਾ ਕੇ ਮੈਂ ਦੇਖਿਆ ਸੀ ਕਿ ਮੈਂ ਜੋ ਕੁਝ ਕਹਿ ਰਿਹਾ ਸੀ ਉਹ ਗੱਲਾਂ ਸੁਣ ਰਹੇ ਸੀ। ਸਿੱਖਿਆ ਪ੍ਰਤੀ ਉਹ ਬਹੁਤ ਜ਼ਿਆਦਾ ਗੰਭੀਰ ਨਹੀਂ ਸੀ। ਮੈਂ ਅਕਸਰ ਉਹਨਾਂ ਨੂੰ ਸਵਾਲ ਕਰਦਾ ਕਿ ਤੁਸੀਂ ਇਹ ਇੰਝ ਕਿਉਂ ਕਰ ਰਹੇ ਹੋ, ਤਾਂ ਫਿਰ ਮੈਨੂੰ ਹਮੇਸ਼ਾ ਹੀ ਇੱਕ ਜਵਾਬ ਮਿਲਦਾ, ਉਹਨਾਂ ਦਾ ਸਿੱਖਿਆ ਢਾਂਚੇ ਤੇ ਭਰੋਸਾ ਨਹੀਂ ਰਹਿ ਗਿਆ। ਉਹ ਹਮੇਸ਼ਾ ਇੱਕ ਹੀ ਗੱਲ ਹੀ ਕਹਿੰਦੇ ਨੇ ਕਿ ਸਰ ਪੜ੍ਹ ਲਿਖ ਕੇ ਕੁਝ ਬਣਨਾ ਤਾਂ ਹੈ ਨਹੀਂ, ਨੌਕਰੀ ਨਹੀਂ ਮਿਲਣੀ। ਮੈਂ ਉਹਨਾਂ ਨਾਲ ਬਹਿਸਦਾ ਕਿ ਪੜ੍ਹਾਈ ਦਾ ਮਕਸਦ ਨੌਕਰੀ ਲੈਣਾ ਨਹੀਂ ਹੈ। ਪੜ੍ਹਿਆ ਤਾਂ ਇਸ ਲਈ ਜਾਂਦਾ ਕਿ ਤੁਸੀਂ ਪੜ੍ਹ ਲਿਖ ਕੇ ਕੁਝ ਸਿੱਖਦੇ ਹੋ, ਪਰ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਉਹ ਜਿਹੜੇ ਪਰਿਵਾਰਾਂ ਵਿੱਚੋਂ ਵਿਦਿਆਰਥੀ ਆਏ ਸਨ, ਬਹੁਤੇ ਗਰੀਬ ਸਨ ਜਾਂ ਦਰਮਿਆਨੇ ਪੇਂਡੂ ਇਲਾਕੇ ਦੇ ਬੱਚੇ ਸਨ, ਦਰਮਿਆਨੇ ਪਰਿਵਾਰਾਂ ਦੇ, ਉਹਨਾਂ ਦੇ ਹੀ ਨੌਕਰੀ ਇੱਕ ਵੱਡਾ ਮੁੱਦਾ ਸੀ। ਠੀਕ ਹੈ, ਹਰ ਇੱਕ ਇਨਸਾਨ ਦੇ ਲਈ ਨੌਕਰੀ ਹਮੇਸ਼ਾ ਹੀ ਇੱਕ ਮੁੱਦਾ ਹੁੰਦੀ ਹੈ। ਪੜ੍ਹਨਾ ਲਿਖਣਾ ਆਪਣੀ ਥਾਂ ਤੇ ਹੈ, ਲੇਕਿਨ ਜ਼ਿੰਦਗੀ ਤਾਂ ਕਿਸੇ ਤਰੀਕੇ ਨਾਲ ਜਿਉਣੀ ਹੈ। ਔਰ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਪਰ ਆਈਲੈਟਸ ਕਰਕੇ ਨੌਜਵਾਨ ਬਾਹਰ ਜਾ ਰਹੇ ਸਨ। ਉਹ ਆਪਣੇ ਨਾਲ ਦਿਆਂ ਨੂੰ ਜਾਂਦੇ ਦੇਖਦੇ ਸਨ। ਉਹ ਦੇਖਦੇ ਸਨ ਕਿ ਸੋਹਣੀਆਂ ਕੁੜੀਆਂ ਜਿਹੜੀਆਂ ਸਨ ਉਹ ਵਿਆਹੀਆਂ ਜਾਂਦੀਆਂ ਸਨ ਬਾਹਰੋਂ ਆਏ ਲੋਕਾਂ ਨੂੰ, ਔਰ ਬਾਹਰ ਗਏ ਲੋਕ ਜਾਣ ਸਾਰ ਹੀ ਬਹੁਤ ਵੱਡੀਆਂ ਗੱਡੀਆਂ ਕਢਾ ਲੈਂਦੇ ਸਨ। ਤਾਂ ਉਹਨਾਂ ਅੰਦਰ ਵੀ ਇੱਕ ਨਿਰਾਸ਼ਾ ਆ ਰਹੀ ਸੀ। ਤਾਂ ਉਹ ਲਗਾਤਾਰ ਐਜੂਕੇਸ਼ਨ ਸਿਸਟਮ ਤੋਂ, ਸਿੱਖਿਆ ਦੇ ਢਾਂਚੇ ਤੋਂ ਟੁੱਟ ਰਹੇ ਸਨ। ਬਹੁਤਾ ਭਰੋਸਾ ਨਹੀਂ ਸੀ ਉਹਨਾਂ ਦਾ, ਔਰ ਖਾਸ ਤੌਰ ਤੇ ਅਧਿਆਪਕ ਤੇ ਵਿਦਿਆਰਥੀਆਂ ਦੇ ਰਿਲੇਸ਼ਨ ਟੁੱਟ ਰਹੇ ਸਨ। ਅਜਿਹੀ ਸਥਿਤੀ ਵਿੱਚ ਇੱਕ ਦਿਨ ਮੈਂ ਆਪਣੇ ਇੱਕ ਬਹੁਤ ਸੀਨੀਅਰ ਅਧਿਆਪਕ ਨੂੰ ਮਿਲਿਆ, ਜਿਹੜਾ ਨੌਕਰੀ ਵਿੱਚੋਂ ਰਿਟਾਇਰ ਹੋ ਚੁੱਕਿਆ ਸੀ। ਲੰਬਾ ਉਹਦਾ ਕੈਰੀਅਰ ਸੀ, ਲੰਬੇ ਸਮੇਂ ਦਾ, ਔਰ ਉਸਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਉਹ ਪਰੇਸ਼ਾਨ ਸੀ। ਇੱਦਾਂ ਕਹਿ ਸਕਦੇ ਹੋ ਕਿ ਮਾਨਸਿਕ ਤੌਰ ਤੇ ਅਸੰਤੁਲਿਤ ਹੋ ਚੁੱਕਿਆ ਸੀ। ਲਗਾਤਾਰ ਉਹ ਬੋਲਦਾ ਰਹਿੰਦਾ ਸੀ ਔਰ ਉਹ ਗੱਲਾਂ ਕਰਦਾ ਸੀ ਜਿਹੜੀਆਂ ਉਸਨੇ ਆਪਣੇ 30-35 ਸਾਲ ਦੇ ਟੀਚਿੰਗ ਕੈਰੀਅਰ ਦੇ ਵਿੱਚ ਦੇਖਿਆ ਸੀ। ਮੈਂ ਉਸ ਅਧਿਆਪਕ ਨੂੰ ਜਾਤੀ ਤੌਰ ਤੇ ਜਾਣਦਾ ਸੀ। ਉਹ ਬਹੁਤ ਡੈਡੀਕੇਟਡ ਔਰ ਇੱਦਾਂ ਕਹੋ ਕਿ ਵੈਲਿਊਜ਼ ਵਾਲਾ, ਮੁੱਲਾਂ ਵਾਲਾ ਔਰ ਇੱਕ ਨੈਤਿਕ ਆਧਾਰ ਦੇ ਉੱਪਰ ਕੰਮ ਕਰਨ ਵਾਲਾ ਅਧਿਆਪਕ ਸੀ। ਮੈਂ ਉਸ ਨੂੰ ਬਹੁਤ ਖੰਡਿਤ ਮਾਨਸਿਕਤਾ ਦੇ ਵਿੱਚ ਦੇਖਿਆ। ਜਦੋਂ ਮੈਂ ਉਸ ਦੀਆਂ ਗੱਲਾਂ ਸੁਣੀਆਂ ਹਸਪੀਟਲ ਦੇ ਵਿੱਚ, ਤਾਂ ਮੈਨੂੰ ਜਿਹੜੀ ਚੀਜ਼ ਸਮਝ ਆਈ ਉਹ ਇਹ ਕਿ ਉਸ ਨੂੰ ਐਂ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਕਿਸੇ ਲੇਖੇ ਨਹੀਂ ਲੱਗੀ। ਉਹ ਇੱਕ ਸ਼ਾਨਦਾਰ ਅਧਿਆਪਕ ਸੀ ਔਰ ਉਸਨੇ ਬਤੌਰ ਇੱਕ ਅਧਿਆਪਕ ਉਸਨੇ ਆਪਣੇ ਵਿਦਿਆਰਥੀਆਂ ਲਈ ਜ਼ਿੰਦਗੀ ਲਾ ਦਿੱਤੀ। ਹਮੇਸ਼ਾ ਇਮਾਨਦਾਰੀ ਨਾਲ ਪੜ੍ਹਾਇਆ। ਜਿਵੇਂ ਕਿ ਇਸ ਨਾਟਕ ਦੇ ਵਿੱਚ ਇੱਕ ਡਾਇਲੌਗ ਵੀ ਹੈ ਕਿ ਮੈਂ ਹਮੇਸ਼ਾ ਪੜ੍ਹ ਕੇ ਕਲਾਸ ਦੇ ਵਿੱਚ ਗਿਆ। ਉਹ ਵੀ ਤਾਂ ਹੁਣ ਦੇਖ ਰਿਹਾ ਸੀ ਕਿ ਵਿਦਿਆਰਥੀ ਜਿਹੜੇ ਨੇ ਉਹ ਸਿੱਖਿਆ ਪ੍ਰਤੀ ਬਿਲਕੁਲ ਗੰਭੀਰ ਨਹੀਂ ਨੇ, ਸਿਸਟਮ ਸਿੱਖਿਆ ਪ੍ਰਤੀ ਗੰਭੀਰ ਨਹੀਂ ਹੈ। ਤਾਂ ਇਸ ਚੀਜ਼ ਨੇ ਉਸਦੇ, ਸ਼ਾਇਦ ਇਸ ਚੀਜ਼ ਨੇ ਜਾਂ ਹੋਰ ਵੀ ਕੋਈ ਪਰਿਵਾਰਿਕ ਉਲਝਣਾਂ ਹੋਣਗੀਆਂ, ਉਸ ਨੂੰ ਮਾਨਸਿਕ ਤੌਰ ਤੇ ਬਹੁਤ ਤੋੜਿਆ ਤੇ ਉਹ ਇਸ ਖੰਡਿਤ ਮਾਨਸਿਕਤਾ ਤੱਕ ਪਹੁੰਚ ਗਿਆ। ਤਾਂ ਇਹ ਸਾਰੀਆਂ ਘਟਨਾਵਾਂ ਨੇ ਮੇਰੇ ਅੰਦਰ ਜੋ ਪਿਆਸਾ ਕਾਂ, ਜਿਸ ਦੀ ਥਾਟ ਮੇਰੇ ਅੰਦਰ ਪਹਿਲਾਂ ਹੀ ਆਉਣੀ ਸ਼ੁਰੂ ਹੋ ਚੁੱਕੀ ਸੀ, ਉਹਦੇ ਬਾਰੇ ਇੱਕ ਆਧਾਰ ਜਿਹਾ ਤਿਆਰ ਕਰਤਾ, ਇੱਕ ਜ਼ਮੀਨ ਤਿਆਰ ਕਰਤੀ। ਲੇਕਿਨ ਇਸ ਵੇਲੇ ਤੱਕ ਇਹ ਸਪਸ਼ਟ ਨਹੀਂ ਸੀ ਕਿ ਮੈਂ ਇਸ ਨਾਟਕ ਨੂੰ ਇੱਕ ਸੋਲੋ ਨਾਟਕ ਦੇ ਤੌਰ ਤੇ ਲਿਖੂੰਗਾ। ਇਸੇ ਵੇਲੇ ਪੰਜਾਬ ਦੇ ਵਿੱਚ ਸੋਲੋ ਨਾਟਕ ਜਿਹੜਾ ਹੈ, ਉਹ ਸੋਲੋ ਨਾਟਕ ਦੀ ਕਲਾ ਉਭਾਰ ਫੜਦੀ ਹੈ। ਨਿੱਜੀ ਤੌਰ ਤੇ ਮੈਂ ਸਪਸ਼ਟ ਕਰਦਿਆਂ, ਮੈਂ ਸੋਲੋ ਨਾਟਕ ਦੇ ਮਾਮਲੇ ਵਿੱਚ ਮੈਂ ਇਹ ਸੋਚਦਾ ਕਿ ਸੋਲੋ ਨਾਟਕ ਜਿਹੜਾ ਹੈ ਉਹ ਕਈ ਪੱਖਾਂ ਤੋਂ ਨਾਟਕ ਦੀ ਕਲਾ ਨਹੀਂ ਹੈ। ਉਹਦੇ ਵਿੱਚ ਸੋਲੋ ਨਾਟਕ ਦੇ ਵਿੱਚ ਇੱਕ ਪਾਤਰ ਹੁੰਦਾ ਹੈ, ਇੱਕ ਅਦਾਕਾਰ ਹੁੰਦਾ ਹੈ, ਇੱਕ ਪਾਤਰ ਹੁੰਦਾ
ਸੰਵਾਦ ਦੀ ਸੰਭਾਵਨਾ ਨਹੀਂ, ਨਾਟਕੀਅਤਾ ਦੀ ਸੰਭਾਵਨਾ ਨਹੀਂ, ਟੱਕਰ ਦਵੰਦ ਤਣਾਅ ਦੀ ਸੰਭਾਵਨਾ ਨਹੀਂ, ਦ੍ਰਿਸ਼ ਨਹੀਂ ਬਣਦਾ। ਇਹ ਸਾਰੇ ਜਿਹੜੇ ਪੱਖ ਨੇ ਮੈਂ ਹਮੇਸ਼ਾ ਇਤਰਾਜ਼ ਨਾਟਕ ਸੋਲੋ ਨਾਟਕ ਤੇ ਕਰਦਾ, ਪਰ ਖੁਦ ਮੇਰੇ ਲਈ ਇਹ ਚੈਲੰਜ ਸੀ ਕਿ ਮੈਂ ਇੱਕ ਸੋਲੋ ਨਾਟਕ ਲਿਖ ਰਿਹਾ। ਮੈਂ ਲਿਖਣਾ ਸ਼ੁਰੂ ਕੀਤਾ ਸਿਰਫ ਇਸ ਲਈ ਕਿ ਦੇਖੀਏ ਕਿ ਲਿਖਿਆ ਜਾ ਸਕਦਾ, ਔਰ ਖਾਸ ਤੌਰ ਤੇ ਕੀ ਇੱਕ ਬੰਦੇ ਨਾਲ ਦ੍ਰਿਸ਼ ਸਿਰਜਿਆ ਜਾ ਸਕਦਾ ਹੈ, ਨਾਟਕੀਅਤਾ ਜਾਂ ਟੱਕਰ ਸਿਰਜੀ ਜਾ ਸਕਦੀ ਹੈ। ਤਾਂ ਮੇਰੇ ਸਾਹਮਣੇ ਕੁਝ ਅਜਿਹੀਆਂ ਚੁਣੌਤੀਆਂ ਸਨ। ਮੈਂ ਜਿਨ੍ਹਾਂ ਚੁਣੌਤੀਆਂ ਦੇ ਨਾਲ ਮੇਰੇ ਸਾਹਮਣੇ ਅਜਿਹੀਆਂ ਕੁਝ ਚੁਣੌਤੀਆਂ ਸਨ ਤੇ ਮੈਂ ਇਹਨਾਂ ਚੁਣੌਤੀਆਂ ਨੂੰ ਇੱਦਾਂ ਕਹਿ ਸਕਦੇ ਹੋ ਤੁਸੀਂ ਕਿ ਜਾਣਬੁੱਝ ਕੇ ਇਹਨਾਂ ਨਾਲ ਪ੍ਰਯੋਗ ਕਰਨਾ ਚਾਹੁੰਦਾ ਸੀ। ਮੈਨੂੰ ਚੁਣੌਤੀ ਲੈਣੀ ਸਵੀਕਾਰ ਸੀ। ਤਾਂ ਮੈਨੂੰ ਲੱਗਿਆ ਕਿ ਦੇਖਿਆ ਜਾਏ ਕਿ ਸੋਲੋ ਨਾਟਕ ਲਿਖਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜਦੋਂ ਮੈਂ ਇਸਦੀ ਡਿਜ਼ਾਈਨਿੰਗ ਕੀਤੀ ਤਾਂ ਪੂਰੇ ਨਾਟਕ ਦੇ ਤੌਰ ਤੇ ਹੀ ਕੀਤੀ ਸੀ। ਤਾਂ ਸੋਲੋ ਨਾਟਕ ਲਿਖਣ ਦੀ ਪ੍ਰੇਰਨਾ ਜਾਂ ਸੋਲੋ ਨਾਟਕ ਲਿਖਣ ਦੀ ਇੱਕ ਚੁਣੌਤੀ ਤੇ ਜੋ ਕੁਝ ਮੈਂ ਐਜੂਕੇਸ਼ਨ ਸਿਸਟਮ 'ਚ ਆਲੇ ਦੁਆਲੇ ਦੇਖ ਰਿਹਾ ਸੀ, ਉਸ ਨੂੰ ਆਪਣੇ ਨਾਟਕ ਦੇ ਵਿੱਚ ਪੇਸ਼ ਕਰਨ ਦੀ ਖੁਆਇਸ਼, ਇਹ ਦੋ ਪ੍ਰੇਰਨਾਵਾਂ ਤੁਸੀਂ ਕਹਿ ਸਕਦੇ ਹੋ, ਇਹ ਦੋ ਮੋਟੀਵੇਸ਼ਨ ਸਨ ਜਿਨ੍ਹਾਂ ਨੇ ਮੈਨੂੰ 2009 ਦੇ ਵਿੱਚ ਪਿਆਸਾ ਕਾਂ ਨਾਟਕ ਲਿਖਣ ਦੇ ਲਈ ਤਾਕਤ ਦਿੱਤੀ। ਔਰ ਇਹ ਨਾਟਕ ਮੈਨੂੰ ਲਿਖਣ ਤੇ ਬਹੁਤਾ ਟਾਈਮ ਨਹੀਂ ਲੱਗਿਆ, 2 ਮਹੀਨਾ 1.5 ਮਹੀਨੇ ਦੇ ਵਿੱਚ ਮੈਂ ਇਸ ਨਾਟਕ ਤੇ ਡਿਜ਼ਾਈਨਿੰਗ ਕੀਤੀ, ਸੋਲੋ ਨਾਟਕ ਦੇ ਰੂਪ 'ਚ ਢਾਲਿਆ। ਸੋ ਵਿਦਿਅਕ ਢਾਂਚੇ ਦਾ ਨਿਘਾਰ ਤੇ ਵਿਦਿਅਕ ਢਾਂਚੇ ਦੇ ਵਿੱਚ ਜੋ ਕੁਝ ਮੈਂ ਦੇਖ ਰਿਹਾ ਸੀ, ਜੋ ਕੁਝ ਮੇਰੇ ਨਾਲ ਕਲਾਸਾਂ 'ਚ ਵਾਪਰ ਰਿਹਾ ਸੀ, ਆਪਣੇ ਵਿਦਿਆਰਥੀਆਂ ਵਿੱਚ ਪੈਦਾ ਹੁੰਦੀ ਨਿਰਾਸ਼ਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਰਲ ਕੇ ਇਸ ਨਾਟਕ ਦੇ ਵਿਸ਼ੇ ਨੂੰ ਮੇਰੇ ਲਈ ਇੱਕ ਰੂਪ ਆਕਾਰ ਦੇ ਰਹੀਆਂ ਸਨ, ਇਸ ਨੂੰ ਤਰਾਸ਼ ਰਹੀਆਂ ਸਨ। ਇਹ ਨਾਟਕ ਜਦੋਂ ਪ੍ਰਕਾਸ਼ਿਤ ਹੋਇਆ ਤਾਂ ਡਾਕਟਰ ਹਰਭਜਨ ਸਿੰਘ ਭਾਟੀਆ, ਬਹੁਤ ਵੱਡੇ ਤੇ ਸਾਡੇ ਸਤਿਕਾਰਯੋਗ ਵਿਦਵਾਨ ਨੇ, ਉਹਨਾਂ ਨੇ ਇਸ ਨਾਟਕ ਦੀ ਭੂਮਿਕਾ ਲਿਖੀ। ਤਾਂ ਉਹਨਾਂ ਨੇ ਇਸ ਨਾਟਕ ਦੀ ਭੂਮਿਕਾ 'ਚ ਇਸ ਨਾਟਕ ਦੇ ਵਿਸ਼ੇ ਬਾਰੇ ਲਿਖਿਆ। ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹੁੰਦਾ। ਇਸ ਨਾਟਕ ਵਿੱਚ ਤਮਾਮ ਉਮਰ ਅਸੂਲਾਂ ਤੇ ਆਦਰਸ਼ਾਂ ਉੱਪਰ ਪਹਿਰਾ ਦਿੰਦੇ ਰਹੇ ਅਧਿਆਪਕ ਆਤਮਾ ਰਾਮ ਦੀ ਪੀੜਾ ਅਤੇ ਦੁਖਾਂਤਕ ਜ਼ਿੰਦਗੀ ਦੀਆਂ ਪਰਤਾਂ ਤਾਂ ਖੁੱਲ੍ਹਦੀਆਂ ਹੀ ਹਨ, ਨਾਲ ਹੀ ਭ੍ਰਿਸ਼ਟ, ਨਿੱਘਰ ਚੁੱਕੇ ਅਤੇ ਟੁੱਟ ਤਿੜਕ ਚੱਲੇ ਰਹੇ ਸਾਡੇ ਸਮਾਜਿਕ ਰਾਜਨੀਤਿਕ ਜੀਵਨ ਦੀਆਂ ਤਹਿਾਂ ਵੀ ਉੱਭਰਦੀਆਂ ਹਨ। ਮੇਰਾ ਸਵਾਲ ਨਾਲ ਇਹ ਵੀ ਸੀ ਕਿ ਸਿਸਟਮ ਤਾਂ ਟੁੱਟ ਰਿਹਾ ਹੈ। ਸਿਸਟਮ ਨਾ ਸਿਰਫ ਟੁੱਟ ਰਿਹਾ ਹੈ ਬਲਕਿ ਆਪਣੇ ਆਲੇ ਦੁਆਲੇ ਪੂਰੇ ਸਮਾਜ ਦੇ ਵਿੱਚ ਟੁੱਟ ਭੱਜ ਦੀ ਸਥਿਤੀ ਪੈਦਾ ਕਰ ਰਿਹਾ। ਔਰ ਕਿਉਂਕਿ ਸਿੱਖਿਆ ਕਿਸੇ ਵੀ ਸਮਾਜ ਦਾ ਆਧਾਰ ਹੁੰਦੀ ਹੈ, ਇਹ ਪੂਰੇ ਸਮਾਜ ਦੇ ਅੰਦਰ ਇੱਕ ਨਿਰਾਸ਼ਾ ਦੀ ਸਥਿਤੀ ਪੈਦਾ ਕਰ ਰਿਹਾ। ਪਰ ਨਾਲ ਹੀ ਮੇਰਾ ਇੱਕ ਸਵਾਲ ਬਣਦਾ ਸੀ ਕਿ ਇਹਦਾ ਜ਼ਿੰਮੇਵਾਰ ਕੌਣ ਹੈ? ਪਰ ਸੱਚ ਤਾਂ ਇਹ ਹੈ ਕਿ ਸਾਡਾ ਸਮੁੱਚਾ ਢਾਂਚਾ, ਸਾਡੇ ਸਮੁੱਚੇ ਢਾਂਚੇ ਦੀ ਫੇਲਿਅਰ ਹੈ। ਡਾਕਟਰ ਭਾਟੀਆ ਇਸ ਨਾਟਕ ਦੇ ਜ਼ਿੰਮੇਵਾਰੀ ਤੈਅ ਕਰਦੇ ਹੋਏ, ਸਮੱਸਿਆ ਦੀ ਜ਼ਿੰਮੇਵਾਰੀ ਤੈਅ ਕਰਦੇ ਹੋਏ ਲਿਖਦੇ ਨੇ, ਨਿਗਰਿਆ ਸਮਾਜਿਕ, ਰਾਜਨੀਤਿਕ ਤੇ ਨੈਤਿਕ ਪ੍ਰਬੰਧ ਆਤਮਾ ਰਾਮ ਦੀ ਦੁਖਾਂਤਕ ਸਥਿਤੀ ਲਈ ਜ਼ਿੰਮੇਵਾਰ ਹੈ। ਬਿਲਕੁਲ ਠੀਕ। ਜੇ ਅੱਜ ਸਿੱਖਿਆ ਤੰਤਰ ਬਿਲਕੁਲ ਫੇਲ ਹੋ ਚੁੱਕਿਆ ਹੈ ਜਾਂ ਘੱਟੋ ਘੱਟ ਫੇਲ ਹੋਣ ਦੀ ਕਗਾਰ ਤੇ ਹੈ, ਡਿਟੀਰੀਓਰੇਸ਼ਨ ਹੋ ਚੁੱਕੀ ਹੈ, ਲੋਕ ਇਸ ਨਾਲ ਟੁੱਟ ਰਹੇ ਨੇ, ਖਾਸ ਤੌਰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਤਾਂ ਇਹਦੇ ਵਿੱਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੈ। ਕੋਈ ਇਕੱਲੇ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਅਧਿਆਪਕ ਜ਼ਿੰਮੇਵਾਰ ਨੇ, ਪੇਰੈਂਟਸ ਜ਼ਿੰਮੇਵਾਰ ਨੇ ਜਾਂ ਸਰਕਾਰਾਂ ਜ਼ਿੰਮੇਵਾਰ ਨੇ। ਇਹ ਠੀਕ ਹੈ ਕਿ ਲਗਾਤਾਰ 1990-95 ਤੋਂ ਬਾਅਦ ਪੰਜਾਬ ਦੇ ਵਿੱਚ ਜਾਂ ਦੇਸ਼ ਵਿੱਚ ਵੀ ਲਗਾਤਾਰ ਸਾਡੀਆਂ ਸਰਕਾਰਾਂ ਨੇ ਬਿਨਾਂ ਸੋਚੇ ਸਮਝੇ ਸਿੱਖਿਆ ਦਾ ਵਪਾਰੀਕਰਨ ਕੀਤਾ। ਸਰਕਾਰੀ ਸਿਸਟਮ ਦੇ ਵਿੱਚੋਂ ਪੈਸਾ ਕੱਢਿਆ ਗਿਆ ਔਰ ਪ੍ਰਾਈਵੇਟ ਸਿਸਟਮ ਨੂੰ ਉਤਸ਼ਾਹ ਦਿੱਤਾ ਗਿਆ। ਕਿੰਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਸਾਡੇ ਦੇਖਦੇ ਦੇਖਦੇ ਖੁੱਲ੍ਹੀਆਂ। ਰੈਜ਼ੀਡੈਂਸ ਵਿੱਚ ਇੱਕ ਯੂਨੀਵਰਸਿਟੀ ਦਾ ਜ਼ਿਕਰ ਵੀ ਆਉਂਦਾ, ਮੈਂ ਉਹਦੇ ਉੱਪਰ ਵੀ ਵਿਅੰਗ ਕੀਤਾ। ਔਰ ਵਪਾਰਕ ਕਿਸਮ ਦੇ ਬੰਦੇ ਜਿਨ੍ਹਾਂ ਦਾ ਸਿੱਖਿਆ ਨਾਲ ਦੂਰ ਦਾ ਵੀ ਸੰਬੰਧ ਨਹੀਂ ਸੀ, ਉਹ ਯੂਨੀਵਰਸਿਟੀਆਂ ਨੂੰ ਇੱਕ ਬਿਜ਼ਨਸ ਵਾਂਗੂ ਖੋਲ੍ਹ ਰਹੇ ਸੀ। ਸਰਕਾਰਾਂ ਦੀ ਬਿਊਰੋਕਰੇਸੀ ਦੀ ਦਲੀਲ ਸੀ ਕਿ ਅਸੀਂ ਯੁਵਕਾਂ ਨੂੰ, ਵਿਦਿਆਰਥੀਆਂ ਨੂੰ ਪੈਰਾਂ ਤੇ ਖੜੇ ਹੋਣ ਦੇ ਸਮਰੱਥ ਬਣਾਉਣਾ। ਤਾਂ ਇਸ ਚੱਕਰ ਦੇ ਵਿੱਚ ਪ੍ਰੋਫੈਸ਼ਨਲ ਐਜੂਕੇਸ਼ਨ ਨੂੰ ਬਹੁਤ ਉਤਸ਼ਾਹ ਦਿੱਤਾ ਗਿਆ ਤੇ ਟ੍ਰੈਡੀਸ਼ਨਲ ਐਜੂਕੇਸ਼ਨ, ਜਿਸ ਦੇ ਨਾਲ ਵੈਲਿਊਜ਼ ਜੁੜੀਆਂ ਨੇ, ਸੋਸ਼ਲ ਸਾਇੰਸਿਸ ਤੇ ਲਿਟਰੇਚਰ, ਕਲਾ, ਇਹੋ ਜਿਹੇ ਸਬਜੈਕਟ ਜਿਹੜੇ ਕਿ ਸਰਕਾਰੀ ਕਾਲਜਾਂ ਜਾਂ ਸਕੂਲਾਂ ਕਾਲਜਾਂ ਤੱਕ ਸੀਮਿਤ ਰਹਿ ਗਏ ਸੀ, ਉਹ ਹੌਲੀ ਹੌਲੀ ਖਤਮ ਹੋਣੇ ਸ਼ੁਰੂ ਹੋ ਗਏ। ਤਾਂ ਇਸ ਤਰੀਕੇ ਨਾਲ ਦੇਸ਼ ਔਰ ਖਾਸ ਤੌਰ ਤੇ ਪੰਜਾਬ ਬੌਧਿਕ ਕੰਗਾਲੀ ਦੇ ਚੁੰਗਲ ਮਾਟੇ ਵਿੱਚ, ਜਾਂ ਤੁਸੀਂ ਕਹੋਗੇ ਘੁੰਮਣ ਘੇਰੀ 'ਚ ਫਸਣਾ ਸ਼ੁਰੂ ਹੋ ਗਿਆ। ਪਿਆਸਾ ਕਾਂ ਦਾ ਚਿੰਨ੍ਹ ਕਿੱਥੋਂ ਆਇਆ?
ਕਿਉਂਕਿ ਇਹ ਕਹਾਣੀ ਨਿੱਕੇ ਹੁੰਦੇ ਸਕੂਲਾਂ ਤੋਂ ਆਪਾਂ ਪੜ੍ਹਦੇ ਆਏ ਹਾਂ ਔਰ ਇਹ ਕਹਾਣੀ ਵਾਰ-ਵਾਰ ਸਿਲੇਬਸ ਦੇ ਵਿੱਚ ਡਿਸਕਸ ਕੀਤੀ ਜਾਂਦੀ ਸੀ। ਮੈਂ ਕਲਾਸਾਂ ਵਿੱਚ ਪੜ੍ਹਾਉਣ ਲੱਗਿਆ ਅਕਸਰ ਇਸ ਕਹਾਣੀ ਦੇ ਉਹਨੂੰ ਉਦਾਹਰਨ ਦੇ ਤੌਰ ਤੇ ਪੇਸ਼ ਕਰਿਆ ਕਰਦਾ ਸਾਂ। ਤਾਂ ਕੀ ਸੀ ਕਿ ਹੌਲੀ-ਹੌਲੀ ਇਹ ਕਹਾਣੀ ਮੇਰੇ ਜ਼ਿਹਨ 'ਚ ਉਤਰਦੀ ਗਈ ਔਰ ਮੈਂ ਸਵਾਲ ਕਰਨ ਲੱਗ ਪਿਆ ਸੀ। ਮੈਨੂੰ ਕੁਝ ਅਜੀਬ ਜਿਹੇ ਸਵਾਲ ਸੁਝਣ ਲੱਗ ਪਏ ਸੀ। ਖਾਸ ਤੌਰ ਤੇ ਮੈਨੂੰ ਇਤਰਾਜ਼ ਸੀ ਕਿ ਕਿਵੇਂ ਕਹਾਣੀ ਸਧਾਰਨ ਜੀ ਨਿੱਕੀ ਜਿਹੀ ਕਹਾਣੀ ਹੈ, ਕਹਾਣੀ ਵਿੱਚੋਂ ਸਾਰਾ ਕੁਝ ਸਪਸ਼ਟ ਹੋ ਰਿਹਾ ਲੇਕਿਨ ਥੱਲੇ ਵੱਡਾ ਕਰਕੇ ਸਿੱਟਾ ਲਿਖਿਆ ਜਾਂਦਾ ਹੈ, ਜਿੱਥੇ ਚਾਹ ਉੱਥੇ ਰਾਹ। ਧੱਕੇ ਨਾਲ ਇੱਕ ਬੱਚਿਆਂ ਨੂੰ ਇੱਕ ਖਾਸ ਸਿੱਟੇ ਵੱਲ ਭੇਜਿਆ ਜਾ ਰਿਹਾ ਹੈ ਕਿ ਜਿੱਥੇ ਚਾਹ ਉੱਥੇ ਰਾਹ। ਤੁਸੀਂ ਮਿਹਨਤ ਕਰਦੇ ਰਹੋ, ਤੁਹਾਨੂੰ ਸਫਲਤਾ ਮਿਲੂਗੀ। ਪਿਆਸੇ ਕਾਂ ਨੂੰ ਮਿਲੀ ਤਾਂ ਤੁਹਾਨੂੰ ਵੀ ਮਿਲੂਗੀ। ਮੈਨੂੰ ਇਸ ਸਿੱਟੇ ਤੇ ਇਤਰਾਜ਼ ਸੀ ਜਿਹੜਾ ਕਿ ਜ਼ਬਰਦਸਤੀ ਕਹਾਣੀ ਦੇ ਨਾਲ ਨੱਥੀ ਕੀਤਾ ਜਾ ਰਿਹਾ ਸੀ। ਤਾਂ ਕਿੰਨੇ ਸਵਾਲ ਸਨ। ਵੱਡਾ ਸਵਾਲ ਤਾਂ ਇਹੀ ਸੀ, ਮੈਂ ਇਸ ਨਾਟਕ ਦੇ ਕਲਾਈਮੈਕਸ ਦੇ ਉੱਪਰ ਇੱਕ ਡਿਸਕਸ ਕੀਤਾ ਇੱਕ ਡਾਇਲੌਗ ਦੇ ਵਿੱਚ, ਜਿਹੜੇ ਕਿ ਸਵਾਲ ਮੇਰੇ ਮਨ ਦੇ ਵਿੱਚ ਇਸ ਕਹਾਣੀ ਨੂੰ ਪੜ੍ਹਦਿਆਂ ਹੋਇਆਂ ਹਮੇਸ਼ਾ ਉੱਭਰਦੇ ਸਨ ਤੇ ਮੈਂ ਚਾਹੁੰਦਾ ਸੀ ਕਿ ਮੇਰੇ ਵਿਦਿਆਰਥੀ ਵੀ ਉਹਨਾਂ ਸਵਾਲਾਂ ਬਾਰੇ ਸੋਚਣ। ਮੈਂ ਉਹ ਡਾਇਲੌਗ ਤੁਹਾਡੇ ਨਾਲ ਸ਼ੇਅਰ ਕਰਦਾ। ਕਲਾਈਮੈਕਸ ਦਾ ਡਾਇਲੌਗ ਹੈ, ਇਹ ਘੜਾ 66% ਖਾਲੀ ਕਿਉਂ ਹੈ? ਇਸ ਘੜੇ ਵਿਚਲਾ ਪਾਣੀ ਖਲੋਤਾ ਕਿਉਂ ਹੈ? ਸ਼ਹਿਰਾਂ ਦਾ ਪਾਣੀ ਕਿੱਥੇ ਗਿਆ? ਕੌਣ ਪਿਆਸ ਦਾ ਵਪਾਰ ਕਰ ਰਿਹਾ? ਇਹ ਸਧਾਰਨ ਸਵਾਲ ਨਹੀਂ ਹੈ। ਸਾਡੇ ਵਿਦਿਆਰਥੀਆਂ ਨੂੰ ਹਮੇਸ਼ਾ 33% ਪੜ੍ਹਾ ਕੇ 33% ਪਾਸ ਹੋਣ ਦਾ ਟੀਚਾ ਦੇ ਕੇ ਉਹਨਾਂ ਦੇ ਦਿਮਾਗਾਂ ਨੂੰ 66% ਖਾਲੀ ਰੱਖ ਲਿਆ ਗਿਆ ਹੈ ਔਰ ਜ਼ਿੰਦਗੀ ਦੇ ਵਿੱਚ ਜੋ ਕੁਝ ਉਹਨਾਂ ਕੋਲੇ ਸੰਭਾਵਨਾਵਾਂ ਨੇ ਉਹ ਤਾਂ ਬਹੁਤ ਘੱਟ ਨੇ ਤੇ ਖੜੇ ਪਾਣੀ ਵਰਗੀਆਂ ਨੇ, ਉਹਨਾਂ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ। ਸ਼ਹਿਰਾਂ ਦਾ ਪਾਣੀ ਕਿੱਥੇ ਗਿਆ? ਅਸੀਂ ਪਸ਼ੂ ਪੰਛੀਆਂ ਦੇ ਲਈ ਸਾਰਾ ਪਾਣੀ ਆਪ ਪੀ ਗਏ ਔਰ ਹੁਣ ਉਸ ਦਾ ਵਪਾਰ ਸ਼ੁਰੂ ਕਰ ਲਿਆ। ਇਹ ਕਿੰਨੇ ਸਵਾਲ ਸਨ ਜਿਹੜੇ ਕਿ ਮੈਨੂੰ ਇਹ ਕਹਾਣੀ ਪੜ੍ਹਦਿਆਂ ਸੋਚਦੇ ਸਨ ਤੇ ਮੈਂ ਚਾਹੁੰਦਾ ਸੀ ਕਿ ਮੇਰੇ ਵਿਦਿਆਰਥੀ ਵੀ ਸੋਚਣ। ਵਿਦਿਆਰਥੀਆਂ ਨੂੰ ਸੋਚਣਾ ਚਾਹੀਦਾ। ਇੱਕ ਅਧਿਆਪਕ ਦਾ ਵੀ ਤਾਂ ਮਕਸਦ ਇਹੀ ਹੈ ਕਿ ਵਿਦਿਆਰਥੀਆਂ ਅੰਦਰ ਸਵਾਲ ਪੈਦਾ ਕਰੇ ਔਰ ਵਿਦਿਆਰਥੀ ਦਾ ਮਕਸਦ ਵੀ ਇਹੀ ਹੈ, ਵਿਦਿਆਰਥੀ ਦਾ ਅਰਥ ਹੀ ਇਹ ਹੈ ਕਿ ਉਸ ਦੇ ਅੰਦਰ ਸਵਾਲ ਪੈਦਾ ਹੋਣ ਤੇ ਉਹ ਉਹਨਾਂ ਸਵਾਲਾਂ ਨਾਲ ਜੂਝੇ। ਐਜੂਕੇਸ਼ਨ, ਸਿੱਖਿਆ ਮੇਰੇ ਹਿਸਾਬ ਨਾਲ ਸਵਾਲਾਂ ਦੇ ਹੱਲ ਨਹੀਂ ਦਿੰਦੀ, ਉਹ ਤੁਹਾਡੇ ਅੰਦਰ ਸਗੋਂ ਹੋਰ ਸਵਾਲ ਜਗਾਉਂਦੀ ਹੈ। ਇਹ ਬਹੁਤ ਜਲਦੀ ਨਾਟਕ ਜਿਹੜਾ ਸੀ ਉਹ ਸ਼ੇਪ ਲੈ ਗਿਆ ਔਰ ਇਹ ਜਿਹੜੇ ਸਾਰੇ ਸਵਾਲ ਸਨ ਮੈਂ ਹੌਲੀ-ਹੌਲੀ ਨੋਟਸਾਂ ਦੇ ਰੂਪ ਵਿੱਚ ਢਾਲੇ ਤੇ ਫਿਰ ਨਾਟਕ ਦੇ ਲਿਖਣ ਦੀ ਭਾਵ ਦੀ ਸਿਰਜਣ ਪ੍ਰਕਿਰਿਆ ਸ਼ੁਰੂ ਹੋ ਗਈ। ਪਹਿਲਾ ਸਭ ਤੋਂ ਵੱਡਾ ਸੰਕਟ ਸੀ ਕਿ ਮੈਂ ਦ੍ਰਿਸ਼ ਕਿਵੇਂ ਸਿਰਜੂੰਗਾ। ਹੁਣ ਜਦੋਂ ਮੈਂ ਐਜੂਕੇਸ਼ਨ ਦੇ ਵਿੱਚ ਪਹਿਲੇ ਹੀ ਦਿਨ ਆਤਮਾ ਰਾਮ ਨੂੰ, ਇੱਕ ਪ੍ਰੋਫੈਸਰ ਨੂੰ ਜਦੋਂ ਸਿਲੈਕਟ ਕਰ ਲੈਣਾ ਇੱਕ ਪ੍ਰੋਟੈਗਨਿਸਟ ਦੇ ਰੂਪ ਦੇ ਵਿੱਚ, ਤਾਂ ਮੇਰੀ ਇਹਦੇ ਨਾਲ ਕਾਫੀ ਸਮੱਸਿਆ ਹੱਲ ਹੋ ਗਈ। ਦ੍ਰਿਸ਼ ਕਿਵੇਂ ਸਿਰਜਣਾ? ਮੈਂ ਇੱਕ ਕਲਾਸਰੂਮ ਦਾ ਦ੍ਰਿਸ਼ ਸਿਰਜਿਆ, ਇੱਕ ਅਜਿਹਾ ਕਮਰਾ ਜਿਸ ਬਾਰੇ ਮਸ਼ਹੂਰ ਹੈ ਕਿ ਇਹਦੇ ਵਿੱਚ ਕਿਸੇ ਦੀ ਆਤਮਾ ਆਉਂਦੀ ਹੈ। ਇਹ ਵੀ ਉੱਥੋਂ ਦੇ ਕਿਸੇ ਨੇੜੇ ਦੇ ਸਕੂਲ ਦੀ ਇੱਕ ਘਟਨਾ ਹੈ। ਉੱਥੇ ਇੱਕ ਸਕੂਲ ਬੰਦ ਪਿਆ ਸੀ। ਕਿਹਾ ਜਾਂਦਾ ਸੀ ਕਿ ਉਸ ਵਿੱਚ ਕਿਸੇ ਵਿਦਿਆਰਥੀ ਨੇ ਆਤਮ ਹੱਤਿਆ ਕਰ ਲਈ ਸੀ ਤੇ ਹੁਣ ਲੋਕਾਂ ਨੂੰ ਡਰ ਹੈ ਕਿ ਉਸ ਕਮਰੇ ਦੇ ਵਿੱਚ ਆਤਮਾ ਆਉਂਦੀ ਹੈ ਵਿਦਿਆਰਥੀ ਦੀ ਔਰ ਇਹ ਸੁਪਰਸਟੀਸ਼ੀਅਸ, ਇਹ ਅੰਧ ਵਿਸ਼ਵਾਸ ਸੀ। ਉਹ ਕਮਰਾ ਬੰਦ ਕਰ ਦਿੱਤਾ, ਹੌਲੀ-ਹੌਲੀ ਉਹ ਢਹਿ ਗਿਆ। ਤਾਂ ਮੈਂ ਇਹ ਉੱਥੋਂ ਆਈਡੀਆ ਲਿੱਤਾ, ਇੱਕ ਬੰਦ ਪਿਆ ਕਮਰਾ ਜਿਹਦੇ ਵਿੱਚ ਇੱਕ ਪ੍ਰੋਫੈਸਰ, ਮਰ ਚੁੱਕੇ ਪ੍ਰੋਫੈਸਰ ਦੀ ਆਤਮਾ ਆ ਕੇ ਆਪਣੀ ਆਖਰੀ ਕਲਾਸ ਲੈਂਦੀ ਹੈ ਕਿਉਂਕਿ ਉਸ ਨੂੰ ਉਸ ਦੀ ਆਖਰੀ ਕਲਾਸ ਲੈਣ ਨਹੀਂ ਦਿੱਤੀ ਗਈ, ਸਸਪੈਂਡ ਕਰ ਦਿੱਤਾ ਗਿਆ। ਤਾਂ ਮੇਰੇ ਲਈ ਇਹ ਇੱਕ ਦ੍ਰਿਸ਼ ਬਣ ਗਿਆ, ਇੱਕ ਖਾਲੀ ਕਮਰਾ ਜਿਸ ਦੇ ਵਿੱਚ ਮੈਂ ਸੋਲੋ ਪਲੇ ਲਿਖਣਾ ਸੀ ਤਾਂ ਮੈਂ ਹੋਰ ਵਿਦਿਆਰਥੀ ਕ੍ਰੀਏਟ ਕਰਨ ਤੋਂ ਵੀ ਬਚ ਗਿਆ। ਤਾਂ ਇੱਕ ਖਾਲੀ ਕਮਰਾ, ਖਾਲੀ ਬੈਂਚ, ਇੱਕ ਬਲੈਕ ਬੋਰਡ ਜਿੱਥੇ ਪ੍ਰੋਫੈਸਰ ਆਤਮਾ ਰਾਮ ਇਕੱਲਾ ਬੋਲ ਰਿਹਾ। ਇਹ ਤਰਕੀਬ ਕੰਮ ਕੀਤੀ। ਥੋੜੀ ਦੇਰ ਨਾਟਕ ਸ਼ੁਰੂ ਹੁੰਦਾ ਹੈ ਤੇ ਇਸ ਤੋਂ ਬਾਅਦ ਮੈਂ ਲਗਾਤਾਰ ਆਤਮਾ ਰਾਮ ਨੂੰ ਕਲਾਸ ਚੋਂ ਕੱਢ ਕੇ ਦਰਸ਼ਕਾਂ ਨਾਲ ਲੈ ਜਾਂਦਾ ਤੇ ਦਰਸ਼ਕ ਜਿਹੜੇ ਨੇ ਉਹ ਵਿਦਿਆਰਥੀ ਬਣ ਜਾਂਦੇ ਨੇ। ਫਿਰ ਉਹ ਦਰਸ਼ਕਾਂ ਨਾਲ ਵਿਦਿਆਰਥੀ ਦੇ ਪੱਧਰ ਦੇ ਉੱਪਰ ਜਿਹੜੀ ਇਸ ਨਾਟਕ ਦੇ ਵਿੱਚ ਦੂਜੇ ਪਾਤਰ ਦੀ ਸਮੱਸਿਆ ਹੱਲ ਕਰਨ ਦਾ ਮੁੱਦਾ ਸੀ, ਮੈਂ ਉਹ ਇੱਦਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਦਰਸ਼ਕਾਂ ਨੂੰ ਵਿਦਿਆਰਥੀ ਬਣਾ ਲਾਂ ਤੇ ਦਰਸ਼ਕ ਦੋ ਹੋ ਜਾਣ। ਲੇਕਿਨ ਹਾਲੇ ਵੀ ਇੱਕ ਸੰਕਟ ਸੀ। ਦਰਸ਼ਕਾਂ ਨਾਲ ਤਾਂ ਆਤਮਾ ਰਾਮ ਦਾ ਕੋਈ ਕਲੈਸ਼ ਨਹੀਂ, ਵਿਦਿਆਰਥੀਆਂ ਨੂੰ ਤਾਂ ਉਹ ਪਿਆਰ ਕਰਦਾ ਹੈ। ਹੁਣ ਪ੍ਰੋਬਲਮ ਇਹ ਸੀ ਕਿ ਮੈਂ ਦਵੰਦ ਕਿਹਦੇ ਨਾਲ ਸਿਰਜਾਂ, ਆਤਮਾ ਰਾਮ ਦੀ ਟੱਕਰ ਕਿਹਦੇ ਨਾਲ? ਇਹ ਬਹੁਤ ਵੱਡਾ ਸਵਾਲ ਸੀ। ਤੇ ਫਿਰ ਆਤਮਾ ਰਾਮ ਜਿਹੜੇ ਸਿਸਟਮ ਦੇ ਖਿਲਾਫ ਲੜ ਰਿਹਾ ਸੀ, ਮੈਂ ਕੋਸ਼ਿਸ਼ ਕੀਤੀ ਕਿ ਉਸ ਸਿਸਟਮ ਨੂੰ ਦੂਜਾ ਪਾਤਰ ਬਣਾ ਲਿਆ ਜਾਏ। ਲੇਕਿਨ ਆਤਮਾ ਰਾਮ ਦਾ ਦੁੱਖ ਇੱਕ ਛੋਟੇ ਜਿਹੇ ਸਿਸਟਮ ਦਾ ਦੁੱਖ ਨਹੀਂ ਸੀ ਔਰ ਵਕਤੀ ਦੁੱਖ ਨਹੀਂ ਸੀ, ਇਹ ਬਹੁਤ ਲੰਬੇ ਸਮੇਂ 'ਚ ਫੈਲਿਆ ਹੋਇਆ ਦੁੱਖ ਹੈ। ਮੈਂ ਨਾਟਕ ਨੂੰ ਆਜ਼ਾਦੀ ਤੋਂ ਸ਼ੁਰੂ ਕੀਤਾ ਔਰ ਵਰਤਮਾਨ ਤੱਕ ਆਉਂਦਾ। ਫਿਰ ਮੈਨੂੰ ਸਮਝ ਆਈ ਕਿ ਨਹੀਂ, ਇੱਕ ਸਿਸਟਮ ਵੀ ਆਤਮਾ ਰਾਮ ਦਾ ਦੁੱਖ ਹੀ ਨਹੀਂ। ਆਤਮਾ ਰਾਮ ਦੀ ਤਕਲੀਫ ਕੱਲੀ ਸਿਸਟਮ ਤੋਂ ਆਈ ਹੋਈ ਤਕਲੀਫ ਨਹੀਂ ਹੈ।
ਇਸ ਤੋਂ ਵੀ ਕਿਤੇ ਜ਼ਿਆਦਾ ਇਹ ਲਗਾਤਾਰ ਡਿਟੀਰੀਓਰੇਟ ਹੁੰਦੀਆਂ ਜਾ ਰਹੀਆਂ ਹਿਊਮਨ ਵੈਲਿਊਜ਼ ਦੀ ਉਹਦੀਆਂ ਦੋਸ਼ੀ ਨੇ। ਸਮਾਜ ਦੇ ਉੱਪਰ ਲਗਾਤਾਰ ਸਮਾਜ ਆਰਥਿਕ ਕਾਰਨਾਂ ਕਰਕੇ ਲਗਾਤਾਰ ਇੱਦਾਂ ਕਹੋ ਕਿ ਇੱਕ ਵਿਗੜੇ ਹੋਏ ਆਰਥਿਕ ਢਾਂਚੇ ਵੱਲ ਵੱਧ ਰਿਹਾ ਹੈ, ਔਰ ਇਹਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਸਾਰੀਆਂ ਪਿੱਛੇ ਪੈਂਦੀਆਂ ਜਾ ਰਹੀਆਂ ਨੇ। ਤਾਂ ਇਹਦੇ ਵਿੱਚ ਇੱਕ ਬੰਦਾ ਜਿਸ ਦੀਆਂ ਕੁਝ ਵੈਲਿਊਜ਼ ਨੇ, ਉਹ ਕੀ ਕਰੇ? ਉਹ ਵੈਲਿਊਜ਼ ਛੱਡ ਨਹੀਂ ਸਕਦਾ, ਕਿਉਂਕਿ ਉਹਦੇ ਖਾਨਦਾਨ ਦਾ ਇਤਿਹਾਸ ਅਜਿਹਾ ਨਹੀਂ ਹੈ। ਔਰ ਪ੍ਰਾਊਡ ਟੀਚਰ ਹੈ, ਉਸ ਦਾ ਪਿਓ ਇੱਕ ਸੁਤੰਤਰਤਾ ਸੰਗਰਾਮੀ ਹੈ, ਤੇ ਉਹ ਆਪਣੀਆਂ ਵੈਲਿਊਜ਼ ਛੱਡ ਨਹੀਂ ਸਕਦਾ। ਔਰ ਟੁੱਟਦੀਆਂ ਵੈਲਿਊਜ਼ ਦੀ ਮਾਰ ਉਸਦੇ ਘਰ ਵਿੱਚ ਵੀ ਪੈ ਰਹੀ ਹੈ। ਉਸਦੀ ਆਪਣੀ ਧੀ ਉਸ ਤੋਂ ਬਾਗੀ ਹੋ ਰਹੀ ਹੈ, ਉਸਦਾ ਆਪਣਾ ਪੁੱਤ ਉਸ ਤੋਂ ਬਾਗੀ ਹੋ ਕੇ ਨਕਸਲਾਈਟ ਬਣ ਜਾਂਦਾ ਹੈ, ਉਸਦਾ ਛੋਟਾ ਬੱਚਾ ਡਰੱਗਸ ਦੇ ਵਿੱਚ ਉਤਰ ਜਾਂਦਾ ਹੈ। ਉਹ ਇੱਕ ਸ਼ਾਨਦਾਰ ਟੀਚਰ ਹੈ, ਲੇਕਿਨ ਉਹ ਆਪਣੇ ਖਿੰਡਦੇ ਪਰਿਵਾਰ ਨੂੰ ਨਹੀਂ ਰੋਕ ਸਕਦਾ, ਉਹ ਪੂਰੇ ਦੇਸ਼ ਨੂੰ ਕਿਵੇਂ ਰੋਕੇ? ਤਾਂ ਇਹ ਨਾਟਕ ਇੱਥੇ ਆਤਮਾ ਰਾਮ ਵਰਸਸ ਪੂਰੀ ਦੀ ਪੂਰੀ ਸੁਸਾਇਟੀ ਹੋ ਜਾਂਦਾ। ਉਹ ਸੁਸਾਇਟੀ ਜਿਸ ਦੇ ਵਿੱਚ ਐਜੂਕੇਸ਼ਨ ਸਿਸਟਮ ਤਾਂ ਭ੍ਰਿਸ਼ਟ ਹੈ ਹੀ ਹੈ, ਲੇਕਿਨ ਉਹ ਸੁਸਾਇਟੀ ਵੀ ਲਗਾਤਾਰ ਆਪਣੀ ਸਮਾਜਿਕ ਮੁੱਲ ਕਦਰਾਂ ਕੀਮਤਾਂ ਗਵਾਉਂਦੀ ਜਾ ਰਹੀ ਹੈ। ਔਰ ਆਤਮਾ ਰਾਮ ਉਸ ਗਵਾਚਦੇ ਸਿਸਟਮ ਦੇ ਅਗੇਂਸਟ ਲੜ ਰਿਹਾ, ਖਿਲਾਫ ਲੜ ਰਿਹਾ। ਇਸੇ ਕਰਕੇ ਮੈਂ ਪਿਆਸੇ ਕਾਂ ਦੀ ਕਹਾਣੀ ਨੂੰ ਇਸ ਨਾਟਕ ਦੇ ਆਧਾਰ ਦੇ ਵਿੱਚ ਰੱਖਿਆ, ਕਿਉਂਕਿ ਉਹ ਕਹਾਣੀ ਵੀ ਤਾਂ ਐਜੂਕੇਸ਼ਨ ਸਿਸਟਮ ਨਾਲ ਸੰਬੰਧਿਤ ਹੈ। ਅਸੀਂ ਉਸ ਨੂੰ ਸਿੱਖਿਆ ਢਾਂਚੇ ਦੇ ਇੱਕ ਪ੍ਰਤੀਨਿਧ ਚਿੰਨ੍ਹ ਵਜੋਂ ਇਸਤੇਮਾਲ ਕਰ ਸਕਦੇ ਹਾਂ। ਜਦੋਂ ਵੀ ਛੋਟੇ ਬੱਚੇ ਨੂੰ ਇਹ ਸਿਖਾਉਣਾ ਹੁੰਦਾ ਕਿ ਤੂੰ ਮਿਹਨਤ ਕਰ, ਤੈਨੂੰ ਮੁੱਲ ਮਿਲੂਗਾ, ਤਾਂ ਅਸੀਂ ਪਿਆਸੇ ਕਾਂ ਦੀ ਕਹਾਣੀ ਲੈ ਆਉਂਦੇ। ਤੇ ਮੈਂ ਇਸ ਕਹਾਣੀ ਨੂੰ ਜਾਂ ਪਿਆਸੇ ਕਾਂ ਦੇ ਚਿੰਨ੍ਹ ਨੂੰ ਪ੍ਰੋਫੈਸਰ ਆਤਮਾ ਰਾਮ ਦੇ ਨਾਲ ਜੋੜ ਲਿਆ। ਆਤਮਾ ਰਾਮ ਜਿਹੜਾ ਆਪਣੀਆਂ ਸ਼ਰਤਾਂ ਤੇ ਆਪਣੀਆਂ ਵੈਲਿਊਜ਼, ਆਪਣੀਆਂ ਕਦਰਾਂ ਕੀਮਤਾਂ ਅਨੁਸਾਰ ਜਿਉਣਾ ਚਾਹੁੰਦਾ ਹੈ, ਲੇਕਿਨ ਡਿਟੀਰੀਓਰੇਟ ਹੁੰਦੀ ਸੁਸਾਇਟੀ ਉਸ ਨੂੰ ਜਿਉਣ ਨਹੀਂ ਦੇ ਰਹੀ। ਇਸ ਤਰੀਕੇ ਨਾਲ ਉਹ ਤਾਂ ਪਿਆਸਾ ਕਾਂ ਹੈ, ਪਿਆਸਾ ਕਾਂ ਹੀ ਰਹਿ ਰਿਹਾ। ਉਹ ਬਹੁਤ ਮਿਹਨਤ ਕਰਦਾ ਹੈ, ਉਹ ਬਹੁਤ ਇੱਧਰ ਉੱਧਰ ਭੱਜਦਾ ਹੈ, ਉਹ ਬਹੁਤ ਪੱਥਰ ਚੁੱਕ ਕੇ ਜ਼ਿੰਦਗੀ ਦੇ ਪਾਣੀ ਵਿੱਚ ਸੁੱਟਦਾ ਹੈ, ਪਰ ਪਾਣੀ ਉੱਤੇ ਨਹੀਂ ਆਉਂਦਾ। ਉਹਦੀ ਪਿਆਸ ਹਾਲੇ ਤੱਕ ਵੀ ਉਵੇਂ ਪਿਆਸ ਹੈ। ਡਾਕਟਰ ਭਾਟੀਆ ਇਸ ਚਿੰਨ੍ਹ ਦੇ ਬਾਰੇ ਲਿਖਦੇ ਨੇ, ਕਥਾਨਕ ਵਿੱਚ ਇਹ ਕਹਾਣੀ ਕਥਾ ਦਾ ਸਹਾਰਾ ਵੀ ਬਣਦੀ ਹੈ, ਰੱਦ ਵੀ ਹੁੰਦੀ ਹੈ, ਤੇ ਰੂਪਾਂਤਰਿਤ ਹੋ ਕੇ ਨਵੇਂ ਅਰਥ ਵੀ ਗ੍ਰਹਿਣ ਕਰਦੀ ਹੈ। ਮੇਰਾ ਇਹੀ ਮਕਸਦ ਸੀ ਕਿ ਇਸ ਕਹਾਣੀ ਨੂੰ ਮੈਂ ਵਿਸਤਾਰ ਵੀ ਦੇਵਾਂ, ਨਵੇਂ ਅਰਥਾਂ ਵਿੱਚ ਵੀ ਇਸਤੇਮਾਲ ਕਰਾਂ, ਤੇ ਸਵਾਲਾਂ ਦੇ ਨਾਲ ਇਸ ਕਹਾਣੀ ਨੂੰ ਮੈਂ ਰੱਦ ਵੀ ਕਰ ਦਿਆਂ। ਆਖਿਰ ਦੇ ਉੱਪਰ ਜਦੋਂ ਆਤਮਾ ਰਾਮ ਪਹਿਲੇ ਝਟਕੇ ਵਿੱਚ ਹੀ ਇਸ ਕਹਾਣੀ ਨੂੰ ਰੱਦ ਕਰ ਦਿੰਦਾ ਹੈ। ਪਹਿਲੇ ਡਾਇਲੌਗ ਦੇ ਨਾਲ ਹੀ ਉਹ ਡਿਕਲੇਅਰ ਕਰ ਦਿੰਦਾ ਕਿ ਇਹ ਕਹਾਣੀ ਬਕਵਾਸ ਹੈ, ਤੁਸੀਂ ਬੱਚਿਆਂ ਨੂੰ ਗਲਤ ਪੜ੍ਹਾ ਰਹੇ ਹੋ। ਤਾਂ ਇਸ ਚਿੰਨ੍ਹ ਨੇ ਸਾਰੇ ਨਾਟਕ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਸਹਿਯੋਗ ਕੀਤਾ। ਜਦੋਂ ਮੈਂ ਇਹ ਕਹਾਣੀ ਨੂੰ ਆਪਣੇ ਸਾਰੇ ਨਾਟਕ ਦੇ ਪਲਾਟ ਵਿੱਚ ਰੱਖ ਲਿਆ, ਤਾਂ ਮੇਰੀਆਂ ਕਾਫੀ ਸਮੱਸਿਆਵਾਂ ਇੱਥੇ ਹੱਲ ਹੋ ਗਈਆਂ ਸਨ। ਇਹਦੇ ਵਿੱਚ ਮੈਨੂੰ ਟੱਕਰ ਮਿਲੀ, ਮੈਨੂੰ ਤਣਾਅ ਮਿਲਿਆ, ਤਣਾਅ ਉਹਦੇ ਪਰਿਵਾਰ ਵਿੱਚੋਂ ਉੱਭਰ ਰਿਹਾ, ਉਹਦੇ ਹੱਥੋਂ ਉਹਦਾ ਪਰਿਵਾਰ ਘਿਰ ਰਿਹਾ। ਤਾਂ ਇੱਕ ਤਰੀਕੇ ਨਾਲ ਆਤਮਾ ਰਾਮ ਆਪਣੇ ਹੀ ਪਰਿਵਾਰ ਦੀ ਹੋਣੀ ਦੇ ਖਿਲਾਫ ਲੜ ਰਿਹਾ, ਔਰ ਇਸ ਤਰੀਕੇ ਨਾਲ ਵਾਰ-ਵਾਰ ਨਿੱਕੇ ਨਿੱਕੇ ਦ੍ਰਿਸ਼ ਬਣਦੇ ਰਹੇ, ਔਰ ਕਾਫੀ ਹੱਦ ਤੱਕ ਮੇਰੀਆਂ ਸੋਲੋ ਨਾਟਕ ਨੂੰ ਦ੍ਰਿਸ਼ ਵਿੱਚ ਢਾਲਣ ਦੀਆਂ ਮੁਸ਼ਕਲਾਂ ਆਪਣੇ ਆਪ ਹੱਲ ਹੁੰਦੀਆਂ ਰਹੀਆਂ। ਨਾਟਕ ਵਿੱਚ ਪਿਆਸੇ ਕਾਂ ਦਾ ਇਹ ਚਿੰਨ੍ਹ ਇੰਨਾ ਕੁ ਜ਼ਬਰਦਸਤ ਮੈਟਾਫਰ ਬਣ ਕੇ ਸਾਹਮਣੇ ਆਇਆ ਕਿ ਕਲਾਈਮੈਕਸ ਦੇ ਉੱਪਰ ਸੱਚੀ ਮੁੱਚੀ ਜੋ ਪਿਆਸਾ ਕਾਂ ਦੀ ਪਰੰਪਰਿਕ ਕਹਾਣੀ ਹੈ, ਨਾਟਕ ਵਿੱਚ ਉਸਦੇ ਅਰਥ ਹੀ ਉਲਟ ਜਾਂਦੇ ਨੇ। ਠੀਕ ਹੈ ਕਿ ਪਰੰਪਰਿਕ ਕਹਾਣੀ ਵਿੱਚ ਵੀ ਕਾਂ ਨੂੰ ਮਿਹਨਤਕਸ਼ ਦਾ ਪ੍ਰਤੀਕ ਬਣਾ ਕੇ ਪੇਸ਼ ਕੀਤਾ ਗਿਆ, ਲੇਕਿਨ ਇਸ ਕਹਾਣੀ ਦੇ ਵਿੱਚ ਜਦੋਂ ਆਖਰ ਤੇ ਆਤਮਾ ਰਾਮ ਆਪਣੇ ਐਜੂਕੇਸ਼ਨ ਸਿਸਟਮ ਨਾਲ, ਭਾਵ ਆਪਣੇ ਕਾਲਜ ਦੀ ਮੈਨੇਜਮੈਂਟ ਨਾਲ ਲੜ ਪੈਂਦਾ ਹੈ, ਇਸ ਦੇ ਬਾਵਜੂਦ ਵੀ ਕਿ ਉਹ ਗਲਤ ਸਾਬਤ ਹੋ ਚੁੱਕਿਆ ਹੈ, ਪਰ ਉਹਦੇ ਸਵਾਲ ਜਿਹੜੇ ਨੇ ਉਹ ਬਿਲਕੁਲ ਸਹੀ ਨੇ, ਬਹੁਤ ਵੱਡੇ ਨੇ। ਜਦੋਂ ਉਹ ਸਿਸਟਮ ਦੇ ਖਿਲਾਫ ਲੜ ਪੈਂਦਾ ਤੇ ਚਾਰੇ ਪਾਸਿਓਂ ਸਿਸਟਮ ਉਸ ਤੇ ਪੱਥਰਾਂ ਦੀ ਬਾਰਿਸ਼ ਕਰ ਦਿੰਦਾ, ਫਿਰ ਉਹ ਭੱਜਦਾ ਸ਼ਹਿਰ ਤੋਂ, ਤੇ ਸ਼ਹਿਰ ਤੋਂ ਬਾਹਰ ਭੱਜ ਕੇ ਜਦੋਂ ਉਹ ਆਪਣੇ ਹੀ ਲਹੂ ਨਾਲ ਆਪਣੀ ਪਿਆਸ ਬੁਝਾਉਂਦਾ ਤੇ ਕਹਾਣੀ ਇੱਥੇ ਬਿਲਕੁਲ ਨਵੇਂ ਅਰਥ ਗ੍ਰਹਿਣ ਕਰ ਜਾਂਦੀ ਹੈ। ਮੇਰਾ ਡਾਇਲੌਗ ਹੈ ਉੱਥੇ ਕਿ ਉਸ ਦਿਨ ਪਿਆਸੇ ਕਾਂ ਨੇ ਆਪਣੀ ਪਿਆਸ ਤਾਂ ਬੁਝਾਈ, ਪਰ ਘੜੇ ਦੇ ਪਾਣੀ ਨਾਲ ਨਹੀਂ, ਆਪਣੇ ਖੂਨ ਨਾਲ। ਮੈਨੂੰ ਯਾਦ ਹੈ ਕਿ ਮੈਂ ਇਸ ਨਾਟਕ ਦੀਆਂ 5-7 ਪ੍ਰੋਡਕਸ਼ਨਾਂ ਕੀਤੀਆਂ, ਜਿੱਥੇ ਕਿਤੇ ਵੀ ਇਹ ਸੀਨ, ਜਦੋਂ ਕਲਾਈਮੈਕਸ ਦੇ 2 ਘੰਟੇ ਬਾਅਦ ਇਹ ਸੀਨ ਆਉਂਦਾ ਸੀ ਆਲਮੋਸਟ, ਤੇ ਜਦੋਂ ਪਿਆਸਾ ਕਾਂ ਨਾਬਰੀ ਦਾ ਚਿੰਨ੍ਹ ਬਣ ਕੇ ਹਵਾ ਵਿੱਚ ਉੱਡਦਾ ਹੈ, ਯਕੀਨ ਮੰਨੋ ਕੋਈ ਅਜਿਹੀ ਪੇਸ਼ਕਾਰੀ ਨਹੀਂ ਹੋਊਗੀ ਜਿੱਥੇ ਦਰਸ਼ਕ ਸੁਣ ਨਾ ਹੋਏ ਹੋਣ ਤੇ ਜਾਦੂ ਦੇ ਵਿੱਚ ਗਵਾਚ ਕੇ 5-7 10-10 ਮਿੰਟ ਲਗਾਤਾਰ ਉਹਨਾਂ ਨੇ ਤਾੜੀਆਂ ਨਾ ਮਾਰੀਆਂ ਹੋਣ। ਉਦੋਂ ਤੁਹਾਨੂੰ ਅਹਿਸਾਸ ਹੁੰਦਾ ਸੀ ਕਿ ਪਿਆਸਾ ਕਾਂ ਹੁਣ ਸਿਰਫ ਮਿਹਨਤ ਦਾ ਨਹੀਂ, ਬਲਕਿ ਨਾਬਰੀ ਦਾ ਚਿੰਨ੍ਹ ਬਣ ਚੁੱਕਿਆ। ਉਸ ਨੂੰ ਘੜੇ ਵਾਲੀ ਬਕਵਾਸ ਕਹਾਣੀ ਤੇ ਵਿਸ਼ਵਾਸ ਨਹੀਂ, ਦਰਸ਼ਕ ਵੀ ਵਿਸ਼ਵਾਸ ਨਹੀਂ ਕਰਦੇ। ਫਿਰ
ਉਹ ਸਵਾਲ ਕਰਨਾ ਚਾਹੁੰਦਾ ਕਿ ਘੜੇ ਦਾ ਪਾਣੀ ਕਿੱਥੇ ਗਿਆ। ਔਰ ਇਹ ਸਵਾਲ ਇੰਨਾ ਵੱਡੇ ਪੱਧਰ 'ਤੇ ਅਸੀਂ ਗੁੰਜਾਉਂਦੇ ਸੀ, ਜਿਹੜੇ ਉਹਦੇ ਆਖਰੀ ਸਵਾਲ ਨੇ, ਜਿਹੜੇ ਉਹਦੀ ਖੰਡਿਤ ਮਾਨਸਿਕਤਾ ਵਿੱਚੋਂ ਨਿਕਲ ਕੇ ਆਉਂਦੇ ਨੇ। ਔਰ ਇਹ ਕਲਾਈਮੈਕਸ ਜਿਹੜਾ ਸੀ ਹਮੇਸ਼ਾ ਸਾਡੇ ਲਈ ਯਾਦਗਾਰੀ ਕਲਾਈਮੈਕਸ ਬਣ ਜਾਂਦਾ ਸੀ। ਜਿਹਾ ਕਿ ਮੈਂ ਪਿੱਛੇ ਜ਼ਿਕਰ ਕੀਤਾ ਕਿ ਇਹ ਨਾਟਕ ਲਿਖਣ ਤੇ ਇਸ ਨਾਟਕ ਨੂੰ ਮੰਚ ਲਈ ਡਿਜ਼ਾਈਨ ਕਰਨ ਜਾਂ ਮੰਚ ਉੱਪਰ ਇਸ ਦੀ ਪੇਸ਼ਕਾਰੀ ਕਰਨ ਲਈ ਮੇਰੇ ਸਾਹਮਣੇ 4 ਚੁਣੌਤੀਆਂ ਸਨ। ਪਹਿਲਾ ਦ੍ਰਿਸ਼, ਕਿ ਦ੍ਰਿਸ਼ ਕਿਵੇਂ ਬਣੇਗਾ। ਦੂਜੀ ਨਾਟਕੀयता, ਕਿ ਨਾਟਕੀयता ਕਿੱਥੋਂ ਆਏਗੀ। ਤੇ ਤੀਜਾ ਸੰਵਾਦ, ਕਿ ਆਤਮਾ ਰਾਮ ਦੂਜਾ ਪਾਤਰ ਨਹੀਂ ਹੋਏਗਾ ਤਾਂ ਉਹਦਾ ਸੰਵਾਦ ਕਿੱਥੇ ਬਣੇਗਾ। ਸੰਵਾਦ ਤੋਂ ਮਤਲਬ ਇਹ ਨਹੀਂ ਹੁੰਦਾ ਕਿ ਦੋ ਪਾਤਰਾਂ ਦੀ ਗੱਲਬਾਤ ਹੋ ਰਹੀ ਹੈ। ਮੇਰਾ ਸੰਵਾਦ ਤੋਂ ਮਤਲਬ ਇਹ ਹੁੰਦਾ ਦੋ ਪਾਤਰਾਂ ਦਾ ਆਪਸੀ ਰਿਸ਼ਤਾ, ਚਾਹੇ ਉਹ ਇੱਕ ਦੂਜੇ ਦੇ ਸਮਰਥਨ ਵਿੱਚ ਹੋਵੇ, ਭਾਵੇਂ ਵਿਰੋਧ ਦੇ ਵਿੱਚ ਹੋਵੇ, ਆਮ ਤੌਰ ਤੇ ਵਿਰੋਧ। ਦੋ ਪਾਤਰ ਭਾਵ ਦੋ ਧਿਰਾਂ, ਔਰ ਉਹਨਾਂ ਦੋਨਾਂ ਦੀ ਕਸ਼ਮਕਸ਼, ਟਕਰਾਹਟ ਜਾਂ ਤਣਾਅ। ਔਰ ਮੈਂ ਤੁਹਾਨੂੰ ਜਿਵੇਂ ਕਿ ਪਿੱਛੇ ਦੱਸਿਆ, ਮੈਂ ਕਿਸ ਤਰੀਕੇ ਨਾਲ ਆਤਮਾ ਰਾਮ ਨੂੰ ਆਪਣੇ ਕਦੇ ਵਿਦਿਆਰਥੀਆਂ ਦੇ ਨਾਲ ਖੜਾ ਕਰਕੇ, ਕਦੇ ਸਿਸਟਮ ਦੇ ਅਗੇਂਸਟ ਖੜਾ ਕਰਕੇ, ਕਦੇ ਦਰਸ਼ਕਾਂ ਨੂੰ ਵਿੱਚ ਲੈ ਕੇ, ਕਈ ਥਾਵਾਂ ਤੇ ਆਤਮਾ ਰਾਮ ਦਰਸ਼ਕਾਂ ਦੇ ਵੀ ਵਿਰੋਧ ਦੇ ਵਿੱਚ ਹੋ ਜਾਂਦਾ ਹੈ, ਕਿਤੇ ਉਹ ਆਪਣੇ ਪਰਿਵਾਰ ਦੀ ਟੱਕਰ ਦੇ ਵਿੱਚ ਹੈ, ਔਰ ਫਾਈਨਲੀ ਉਹ ਡਿਟੀਰੀਓਰੇਟ ਹੁੰਦੀਆਂ ਸੋਸ਼ਲ ਵੈਲਿਊਜ਼ ਔਰ ਮੋਰਲ ਵੈਲਿਊਜ਼ ਦੇ ਟਕਰਾਅ ਦੇ ਵਿੱਚ ਤਾਂ ਹੈ ਹੀ। ਤਾਂ ਇਸ ਤਰੀਕੇ ਨਾਲ ਮੈਂ ਟੱਕਰ ਸਿਰਜੀ ਔਰ ਇਸ ਤਰੀਕੇ ਨਾਲ ਨਿੱਕੇ ਨਿੱਕੇ ਦ੍ਰਿਸ਼ ਬਣੇ। ਲੇਕਿਨ ਅਜਿਹਾ ਵੀ ਨਹੀਂ ਹੈ ਕਿ ਇਸ ਨਾਟਕ ਨੂੰ ਮੈਂ ਸ਼ੁੱਧ ਰੂਪ ਵਿੱਚ ਸੋਲੋ ਨਾਟਕ ਦੀ ਤਕਨੀਕ ਦੇ ਵਿੱਚ ਇਸਤੇਮਾਲ ਕੀਤਾ। ਮੈਂ ਪਰਛਾਵਿਆਂ ਤੋਂ ਕੰਮ ਲੈ ਕੇ ਕੁਝ ਦ੍ਰਿਸ਼ ਘੜੇ। ਮੈਂ ਐਡਾ ਵੀ ਰਿਸਕ ਨਹੀਂ ਸੀ ਲੈਣਾ ਚਾਹੁੰਦਾ। ਮੈਂ ਸੋਲੋ ਪਲੇ ਤਾਂ ਲਿਖਣਾ ਚਾਹੁੰਦਾ ਸੀ, ਪਰ ਮੈਂ ਐਡਾ ਵੱਡਾ ਰਿਸਕ ਵੀ ਨਹੀਂ ਸੀ ਲੈਣਾ ਚਾਹੁੰਦਾ ਕਿ ਮੇਰਾ ਨਾਟਕ ਦਰਸ਼ਕਾਂ ਨੂੰ ਬਿਲਕੁਲ ਹੀ ਸਮਝ ਨਾ ਆਵੇ, ਸੰਚਾਰ ਦੀ ਸਮੱਸਿਆ ਖੜੀ ਕਰ ਲਵੇ। ਤਾਂ ਮੈਂ ਪਿੱਠ ਦੇ ਉੱਪਰ ਚਿੱਟੇ ਪਰਦੇ ਲਗਾ ਕੇ ਉਹਨਾਂ ਉੱਪਰ ਪਰਛਾਵੇਂ ਸਿਰਜ ਕੇ ਕੁਝ ਪਾਤਰ ਕ੍ਰੀਏਟ ਕੀਤੇ। ਅਸੀਂ ਉਹਨਾਂ ਪਾਤਰਾਂ ਨਾਲ ਖੇਡੇ, ਕਿਤੇ ਉਹਨਾਂ ਪਾਤਰਾਂ ਦੇ ਚਿੰਨ੍ਹ ਭਾਵ ਕੱਪੜਿਆਂ ਨਾਲ ਖੇਡੇ। ਜਿਵੇਂ ਕਿ ਜਦੋਂ ਵੱਡਾ ਮੁੰਡਾ ਘਰ ਛੱਡ ਕੇ ਚਲਾ ਜਾਂਦਾ, ਨਕਸਲਾਈਟ ਹੋ ਜਾਂਦਾ, ਤਾਂ ਉਹ ਆਤਮਾ ਰਾਮ ਉਸ ਦੀ ਸ਼ਰਟ ਦੇ ਨਾਲ ਪਲੇ ਕਰਦਾ। ਛੋਟਾ ਮੁੰਡਾ ਜਦੋਂ ਮਰ ਜਾਂਦਾ, ਉਹ ਉਸ ਦੀ ਪੈਂਟ ਨਾਲ ਪਲੇ ਕਰਦਾ। ਇਸ ਤਰੀਕੇ ਨਾਲ ਬਲੈਕ ਬੋਰਡ ਸੀ, ਬਲੈਕ ਬੋਰਡ ਉੱਪਰ ਜੋ ਚੀਜ਼ਾਂ ਆਮ ਤੌਰ 'ਤੇ ਅਧਿਆਪਕ ਲਿਖਦੇ ਨੇ, ਅਸੀਂ ਉਹਨਾਂ ਨਾਲ ਪਲੇ ਕੀਤਾ। ਤਾਂ ਇੱਦਾਂ ਮੈਂ ਨਿੱਕੇ ਨਿੱਕੇ ਦ੍ਰਿਸ਼ ਸਿਰਜਣ ਦੀ ਕੋਸ਼ਿਸ਼ ਕੀਤੀ। ਲੇਕਿਨ ਸਭ ਤੋਂ ਵੱਡਾ ਸੰਕਟ ਸੀ ਇਸ ਨਾਟਕ ਨੂੰ ਮੰਚ ਦੇ ਉੱਪਰ ਅਦਾਕਾਰੀ ਦੇ ਪੱਖੋਂ ਪੇਸ਼ ਕਰਨਾ। ਇਹ ਆਲਮੋਸਟ 2 ਘੰਟੇ ਦਾ ਨਾਟਕ ਸੀ ਔਰ ਇੱਕ ਪਾਤਰ ਨੇ 2 ਘੰਟੇ ਲਗਾਤਾਰ ਐਕਟਿੰਗ ਕਰਨੀ ਸੀ। ਬਹੁਤ ਪਲ ਪਲ ਬਦਲਦੀਆਂ ਹੋਈਆਂ ਸਿਚੁਏਸ਼ਨ ਸਨ, ਸਥਿਤੀਆਂ ਸਨ, ਭਾਵ ਸਨ, ਔਰ ਕਰੈਕਟਰ ਲਗਾਤਾਰ ਸਧਾਰਨ ਕਰੈਕਟਰ ਤੋਂ ਇੱਕ ਖੰਡਿਤ ਮਾਨਸਿਕਤਾ ਵਾਲਾ ਕਰੈਕਟਰ ਹੁੰਦਾ ਜਾ ਰਿਹਾ। ਇੱਕ ਬਹੁਤ ਵੱਡੀ ਆਰਕ ਸ਼ਿਫਟ ਪਈ ਸੀ। ਮੈਨੂੰ ਬਹੁਤ ਸਮਰੱਥ, ਕਾਬਲ ਅਦਾਕਾਰ ਚਾਹੀਦਾ ਸੀ, ਔਰ ਕੋਈ ਸਧਾਰਨ ਨਹੀਂ ਸੀ ਹੋ ਸਕਦਾ, ਤਜਰਬੇ ਵਾਲਾ ਅਦਾਕਾਰ ਹੋ ਸਕਦਾ ਸੀ ਜਿਹਦਾ ਸਟੈਮਿਨਾ ਵੀ ਹੋਵੇ। ਤਾਂ ਅਜਿਹੇ ਸਮਿਆਂ ਵਿੱਚ ਮੈਨੂੰ DAV ਕਾਲਜ ਅਬੋਹਰ ਦੇ ਪ੍ਰੋਫੈਸਰ ਗੌਰਵ ਵਿੱਚ, ਜਿਹੜੇ ਲੰਬੇ ਸਮੇਂ ਤੋਂ ਥੀਏਟਰ ਕਰ ਰਹੇ ਸਨ ਅਬੋਹਰ ਦੇ ਵਿੱਚ, ਔਰ ਖੁਦ ਇੱਕ ਨਿਰਦੇਸ਼ਕ ਵੀ ਸਨ, ਕਵਿਤਾ ਵੀ ਲਿਖਦੇ ਸਨ, ਮੈਨੂੰ ਉਹ ਮਿਲੇ। ਔਰ ਉਹਨਾਂ ਦਾ ਸਟਾਈਲ ਬਿਲਕੁਲ ਠੀਕ ਉਹੋ ਜਿਹਾ ਸੀ ਜਿਹੋ ਜਿਹਾ ਮੈਂ ਆਤਮਾ ਰਾਮ ਦੇ ਰੂਪ ਵਿੱਚ ਕਨਸੀਵ ਕੀਤਾ ਸੀ। ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਇਸ ਨਾਟਕ ਨੂੰ ਕਰਨ ਦੀ ਆਫਰ ਦਿੱਤੀ। ਉਹ ਝਿਜਕ ਰਹੇ ਸੀ ਕਿਉਂਕਿ ਇਹ 2 ਘੰਟੇ ਲੰਬਾ ਨਾਟਕ ਸੀ ਔਰ ਇੱਕ ਪਾਤਰੀ ਨਾਟਕ ਸੀ। ਇੱਕ ਚੈਲੰਜ ਤਾਂ ਜ਼ਰੂਰ ਲੱਗ ਰਿਹਾ ਸੀ ਉਹਨਾਂ ਨੂੰ, ਪਰ ਉਹਨਾਂ ਨੂੰ ਸਮਝ ਨਹੀਂ ਸੀ ਆਇਆ ਕਿ ਉਹ ਕਰ ਪਾਉਣਗੇ ਕਿ ਨਹੀਂ। ਹੁਣ ਇਸ ਤੋਂ ਪਹਿਲਾਂ ਕਿ ਮੈਂ ਉਸ ਘੜੀ ਨੂੰ ਡਿਫਾਈਨ ਕਰਾਂ, ਆਪਾਂ ਪ੍ਰੋਫੈਸਰ ਗੌਰਵ ਵਿੱਚ ਤੋਂ ਸੁਣਦੇ ਹਾਂ ਕਿ ਉਹ ਇਸ ਨਾਟਕ ਦੇ ਵਿੱਚ ਬਤੌਰ ਐਕਟਰ ਕੀ ਉਹਨਾਂ ਦਾ ਅਨੁਭਵ ਸੀ ਤੇ ਉਹ ਕੀ ਸੋਚ ਕੇ ਇਸ ਨਾਟਕ ਦੇ ਵਿੱਚ ਆਏ। ਪਿਆਸਾ ਕਾਂ ਮੇਰੀ ਨਜ਼ਰ 'ਚ ਜਦੋਂ ਮੈਂ ਪਲੇ ਦੇ ਵਿੱਚ ਐਕਟ ਕੀਤਾ, ਯਾਨੀ ਕਿ ਜਦੋਂ ਇਹਦੀ ਪਹਿਲੀ ਪ੍ਰੋਡਕਸ਼ਨ ਸੀਗੀ, ਮੇਰੇ ਹਿਸਾਬ ਨਾਲ ਬੜਾ ਮੈਸਮਰਾਈਜ਼ਿੰਗ ਐਕਸਪੀਰੀਅੰਸ ਸੀਗਾ ਮੇਰੇ ਲਈ। ਕਿਉਂਕਿ ਮੈਨੂੰ ਨਾ ਸੋਲੋ ਪਲੇ ਤੋਂ ਬਹੁਤ ਡਰ ਲੱਗਦਾ ਸੀ। ਜੇ ਮੈਂ ਕਹਾਂ ਸੋਲੋ ਪਲੇ ਐਜ਼ ਐਨ ਐਕਟਰ ਕਰਨਾ, ਤਾਂ ਮੈਨੂੰ ਇਹ ਲੱਗਦਾ ਸੀ ਕਿਤੇ ਭਾਸ਼ਣ ਨਾ ਬਣ ਕੇ ਰਹਿ ਜੇ, ਜਾਂ ਇਸ ਤਰ੍ਹਾਂ ਨਾ ਲੱਗੇ ਕਿ ਬੋਰ ਹੋ ਜੇ, ਇਕੱਲਾ ਹੀ ਬੰਦਾ ਕੰਮ ਕਰੀ ਜਾਂਦਾ ਹੈ। ਬਟ ਕਿਉਂਕਿ ਮੈਂ ਖੁਦ ਇਸ ਪ੍ਰੋਫੈਸ਼ਨ ਨਾਲ ਜੁੜਿਆ, ਟੀਚਿੰਗ ਪ੍ਰੋਫੈਸ਼ਨ ਨਾਲ, ਅਤੇ ਮੈਂ ਜਦੋਂ ਇਸ ਪਲੇ ਬਾਰੇ ਸੁਣਿਆ ਅਤੇ ਜਦੋਂ ਮੈਨੂੰ ਪਾਲੀ ਸਰ ਨੇ ਸਕ੍ਰਿਪਟ ਭੇਜੀ ਪਿਆਸਾ ਕਾਂ ਦੀ, ਔਰ ਮੇਰੇ 'ਤੇ ਵਿਸ਼ਵਾਸ ਕੀਤਾ ਕਿ ਮੈਂ ਪਲੇ ਕਰ ਸਕਦਾ, ਔਰ ਜਦੋਂ ਮੈਂ ਪਲੇ ਪੜ੍ਹਿਆ ਐਜ਼ ਐਨ ਐਕਟਰ, ਅਤੇ ਮੈਨੂੰ ਇਹ ਲੱਗਿਆ ਕਿ ਬਹੁਤ ਗਹਿਰਾ ਪਲੇ ਹੈ ਔਰ ਬਹੁਤ ਮਜ਼ੇਦਾਰ ਐਕਸਪੀਰੀਅੰਸ ਹੋਣ ਵਾਲਾ। ਪਾਲੀ ਸਰ ਨਾਲ ਮੇਰਾ ਇਹ ਪਹਿਲਾ ਕੰਮ ਸੀ, ਪਹਿਲੀ ਪ੍ਰੋਡਕਸ਼ਨ ਸੀ। ਔਰ ਮੈਨੂੰ ਯਾਦ ਹੈ ਕਿ ਰਿਹਰਸਲਾਂ, ਸਾਡੇ ਕੋਲ 14 ਦਿਨ ਦਾ ਟਾਈਮ ਸੀਗਾ ਤਕਰੀਬਨ। 14 ਦਿਨ 'ਚ ਅਸੀਂ ਇਹ ਇੰਨਾ ਲੰਬਾ ਪਲੇ ਤਿਆਰ ਕੀਤਾ। 2 ਘੰਟੇ ਦੇ ਲਗਭਗ ਇਹ ਨਾਟਕ ਹੈ। ਜਦੋਂ ਅਸੀਂ ਪਹਿਲੀ ਪ੍ਰੋਡਕਸ਼ਨ ਇਹਦੀ
ਕਲਾ ਭਵਨ ਸੈਕਟਰ 16 ਦੇ ਵਿੱਚ ਕੀਤੀ ਸੀ। ਉਸ ਤੋਂ ਬਾਅਦ ਅਸੀਂ ਇਹਦੇ ਕਾਫੀ ਸ਼ੋਅ ਕੀਤੇ। ਔਰ ਮੈਨੂੰ ਇਹ ਲੱਗਦਾ ਕਿ ਐਜ਼ ਅ ਡਾਇਰੈਕਟਰ, ਕਿਉਂਕਿ ਮੈਂ ਖੁਦ ਵੀ ਪਲੇ ਡਾਇਰੈਕਟ ਕਰਦਾ, ਪਾਲੀ ਸਰ ਤੋਂ ਜਿਹੜੀ ਮੈਨੂੰ ਹੈਲਪ ਹੋਈ ਐਜ਼ ਐਨ ਐਕਟਰ, ਕਿਉਂਕਿ ਕਿਤੇ ਇਹ ਪਲੇ ਇੰਨਾ ਮਜ਼ੇਦਾਰ ਹੋ ਜਾਂਦਾ ਹੈ ਕਿ ਆਰਟਿਸਟ ਖੋ ਜਾਂਦਾ ਆਡੀਅੰਸ 'ਚ। ਆਡੀਅੰਸ ਤਾਂ ਮਜ਼ੇ ਲੈ ਰਹੀ ਹੁੰਦੀ ਹੈ, ਲੇਕਿਨ ਤੁਸੀਂ ਆਪ ਵੀ ਮਜ਼ੇ ਲੈਣਾ ਸ਼ੁਰੂ ਕਰ ਦਿੰਦੇ ਹੋ। ਮੈਨੂੰ ਯਾਦ ਹੈ ਟੈਗੋਰ ਥੀਏਟਰ ਦੀ ਪ੍ਰੋਡਕਸ਼ਨ ਬਹੁਤ ਜ਼ਬਰਦਸਤ ਪ੍ਰੋਡਕਸ਼ਨ ਸੀ। ਲੋਕ ਥੜੀਆਂ 'ਤੇ ਬੈਠ ਕੇ ਵੀ ਨਾਟਕ ਦੇਖ ਰਹੇ ਸੀਗੇ। ਚੇਅਰਸ ਤੋਂ ਇਲਾਵਾ ਇੰਨਾ ਜ਼ਿਆਦਾ ਰਸ਼ ਸੀ ਔਰ ਬੜਾ ਕਮਾਲ ਦਾ ਐਕਸਪੀਰੀਅੰਸ ਸੀ। ਆਈ ਵਾਜ਼ ਐਜ਼ ਐਨ ਆਰਟਿਸਟ ਮੈਂ ਬਹੁਤ ਸੈਟਿਸਫਾਈਡ ਸੀਗਾ ਕਿ ਬਹੁਤ ਵਧੀਆ ਪਲੇ ਹੋਇਆ ਹੈ। ਲੇਕਿਨ ਪਾਲੀ ਸਰ ਨੇ ਮੈਨੂੰ ਕਿਹਾ ਕਿ ਗੌਰਵ ਤੂੰ ਆਪ ਮਜ਼ੇ ਲੈਣ ਲੱਗ ਗਿਆ ਸੀ, ਤੂੰ ਆਪ ਇੰਨਾ ਖੋ ਗਿਆ ਸੀਗਾ ਆਡੀਅੰਸ ਦੇ ਨਾਲ ਇੱਕ ਦੋ ਸੀਨਸ ਦੇ ਵਿੱਚ, ਜਿਹੜਾ ਕਿ ਮੈਨੂੰ ਬਾਅਦ ਦੇ ਵਿੱਚ ਉਹਨੂੰ ਸੁਧਾਰਨ ਦਾ ਵੀ ਮੌਕਾ ਮਿਲਿਆ। ਐਕਟਰ ਲਈ ਬਹੁਤ ਵੱਡਾ ਚੈਲੰਜ ਹੈ। ਐਜ਼ ਐਨ ਐਕਟਰ ਮੈਨੂੰ ਇਹ ਲੱਗਦਾ ਕਿ ਜਿੰਨੀਆਂ ਉਸ ਪਲੇ ਦੇ ਵਿੱਚ ਵੇਰੀਏਸ਼ਨ ਹੈ ਔਰ ਜੇ ਤੁਸੀਂ ਉਹਨੂੰ ਨਹੀਂ ਨਿਭਾ ਪਾਉਂਦੇ ਤਾਂ ਉਹ ਪਲੇ ਉੱਥੇ ਸਟੈਂਡ ਨਹੀਂ ਕਰਦਾ ਜਿੱਥੇ ਉਹ ਹੋਣਾ ਚਾਹੀਦਾ। ਜਿੰਨੇ ਵੀ ਸ਼ੋਅ ਕੀਤੇ ਅਸੀਂ, ਚਾਹੇ ਅੰਮ੍ਰਿਤਸਰ, ਕਪੂਰਥਲਾ, ਚੰਡੀਗੜ੍ਹ, ਦਿੱਲੀ, ਜਿੰਨੇ ਵੀ ਸ਼ੋਅ ਅਸੀਂ ਕੀਤੇ, ਅਬੋਰ, ਸਟੈਂਡਿੰਗ ਓਵੇਸ਼ਨ ਰਹੀ ਥਰੂ ਆਊਟ। ਮੈਨੂੰ ਲੱਗਦਾ ਹੈ ਕਿ 3 Idiot ਤੋਂ ਬਾਅਦ 3 Idiot ਬਹੁਤ ਐਜੂਕੇਟਿਡ ਔਰ ਮੈਸੇਜ ਗਿਵਿੰਗ ਇੱਕ ਮੂਵੀ ਸੀ। ਔਰ 3 Idiot ਤੋਂ ਬਾਅਦ ਮੈਂ ਉਹਨੂੰ 3 Idiot ਤੋਂ ਵੀ ਉੱਪਰ ਰੱਖਾਂਗਾ ਕਿ ਐਜੂਕੇਸ਼ਨ ਸਿਸਟਮ 'ਤੇ ਇੰਨਾ ਵੱਡਾ ਸਟਾਇਰ ਔਰ ਇੰਨੀ ਸਹਿਜਤਾ ਨਾਲ ਐਜ਼ ਐਨ ਐਕਟਰ ਤੁਸੀਂ ਇੱਕ ਸਟੋਰੀ ਨਰੇਟ ਕਰਦੇ ਹੋ। ਲੇਕਿਨ ਪਾਲੀ ਸਰ ਦਾ ਬੜੀ ਖਾਸ ਇੰਸਟਰਕਸ਼ਨ ਸੀ, ਉਹ ਕਦੇ ਵੀ ਸਟੋਰੀ ਨਰੇਟ ਲੱਗਣੀ ਨਹੀਂ ਚਾਹੀਦੀ ਔਰ ਨਹੀਂ ਲੱਗਦੀ ਸੀ, ਕਿਉਂਕਿ ਸੋਲੋ ਪਲੇ 'ਚ ਤੁਸੀਂ ਭਾਸ਼ਣ ਕਰਨ ਲੱਗ ਜਾਂਦੇ ਹੋ, ਬੋਲਣ ਲੱਗ ਜਾਂਦੇ ਹੋ, ਆਪਦੀਆਂ ਫਰਸਟ੍ਰੇਸ਼ਨਸ ਕੱਢਣ ਲੱਗ ਜਾਂਦੇ ਹੋ। ਲੇਕਿਨ ਇਹ ਪਲੇ ਐਜ਼ ਐਨ ਐਕਟਰ ਤੁਹਾਨੂੰ ਉਹ ਸਭ ਕੀਤੇ ਬਿਨਾਂ ਇੰਨੀ ਸੈਟਿਸਫੈਕਸ਼ਨ ਦਿੰਦਾ ਕਿ ਬਿਆਨ ਕਰਨਾ ਮੁਸ਼ਕਿਲ ਹੈ। ਅੱਜ ਵੀ ਮੇਰੀ ਜ਼ਿੰਦਗੀ ਦੀ ਬਿਹਤਰੀਨ ਪ੍ਰੋਡਕਸ਼ਨਸ 'ਚੋਂ ਇੱਕ ਹੈ ਪਿਆਸਾ ਕਾ, ਔਰ ਮੈਂ ਬਹੁਤ ਵਾਰ ਬੈਠਾ ਇਹ ਡਾਇਲੌਗਸ ਯਾਦ ਕਰਦਾ, ਰਿਪੀਟ ਕਰਦਾ, ਬੋਲਦਾ ਔਰ ਇੰਜੋਏ ਕਰਦਾ। ਔਰ ਸੱਚ ਕਹਾਂ ਤਾਂ ਐਜ਼ ਅ ਟੀਚਰ ਮੇਰੇ ਟੀਚਿੰਗਸ ਦੇ ਵਿੱਚ ਵੀ, ਟੀਚਿੰਗ ਪ੍ਰੈਕਟਿਸਿਸ ਦੇ ਵਿੱਚ ਵੀ ਇਸ ਪਲੇ ਨੇ ਮੈਨੂੰ ਬਹੁਤ ਸੁਧਾਰਿਆ, ਇੰਪਰੂਵ ਕੀਤਾ। ਸੋ ਇਟ ਵਾਜ਼ ਅ ਵੰਡਰਫੁਲ ਐਕਸਪੀਰੀਅੰਸ। ਥੈਂਕ ਯੂ। ਕੋਈ ਸ਼ੱਕ ਨਹੀਂ, ਪ੍ਰੋਫੈਸਰ ਗੌਰਵ ਵਿਜ ਨੇ ਇਸ ਨਾਟਕ ਦੇ ਵਿੱਚ ਆਤਮਾ ਰਾਮ ਦੇ ਕਿਰਦਾਰ ਨੂੰ ਜਿਉਇਆ। ਆਤਮਾ ਰਾਮ ਦੇ ਕਿਰਦਾਰ ਦੇ ਵਿੱਚ ਇੱਕ ਇੰਟਰਨਲ ਡਿਵੈਲਪਮੈਂਟ ਪਈ ਹੈ। ਉਹ ਬੜੇ ਮਿਮਿਕ ਸਟਾਈਲ ਤੋਂ, ਕਾਮੇਡੀ ਤੋਂ ਸਟਾਰਟ ਕਰਦਾ। ਸ਼ੁਰੂਆਤ ਦੇ ਵਿੱਚ ਲੱਗਦਾ ਕਿ ਕੋਈ ਕਮੇਡੀ ਹੋਣ ਜਾ ਰਹੀ ਹੈ, ਉਹ ਕਮੇਡੀ ਕਰਦਾ ਵੀ ਹੈ, ਸਟਾਈਲ ਕਰਦਾ ਵੀ ਹੈ। ਲੇਕਿਨ ਜਿਵੇਂ ਜਿਵੇਂ ਨਾਟਕ ਉਹਦੇ ਪਰਿਵਾਰ ਦੀ ਟ੍ਰੈਜਡੀ ਵੱਲ ਵੱਧਦਾ ਹੈ, ਉਹਦਾ ਪਰਿਵਾਰ ਬਿਖਰਨਾ ਸ਼ੁਰੂ ਹੁੰਦਾ ਹੈ, ਖਾਸ ਤੌਰ 'ਤੇ ਪਹਿਲੇ ਮੁੰਡੇ ਦੀ ਮੌਤ ਤੋਂ ਬਾਅਦ, ਤਾਂ ਇਹ ਉਹ ਸਥਿਤੀਆਂ ਸਨ ਜਿਹਦੇ ਵਿੱਚ ਆਤਮਾ ਰਾਮ ਪਲ ਪਲ ਰੋਂਦਾ ਹੈ, ਪਲ ਪਲ ਹੱਸਦਾ ਹੈ, ਕਿਉਂਕਿ ਉਹ ਖੰਡਿਤ ਮਾਨਸਿਕਤਾ ਵਾਲਾ ਇੱਕ ਪਾਗਲ ਹੈ, ਇਨਸਾਨ ਹੈ। ਲੇਕਿਨ ਉਹਦੇ ਅੰਦਰ ਦੁੱਖ ਤਾਂ ਉਵੇਂ ਹੀ ਪਿਆ, ਭਾਵਨਾਵਾਂ ਦਾ ਵਿਸਫੋਟ ਤਾਂ ਉਵੇਂ ਹੀ ਪਿਆ। ਉਹ ਲਗਾਤਾਰ ਪਲ ਪਲ ਬਦਲਦੀਆਂ ਸਥਿਤੀਆਂ ਨੇ, ਔਰ ਇਹੋ ਜਿਹਾ ਰੋਲ ਕਰਨਾ ਮੰਚ ਦੇ ਉੱਪਰ, ਉਹ ਵੀ ਲਗਾਤਾਰ 2 ਘੰਟੇ, ਕੋਈ ਮਜ਼ਾਕ ਨਹੀਂ ਸੀ। ਲੇਕਿਨ ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਕਿ ਪ੍ਰੋਫੈਸਰ ਗੌਰਵ ਵਿਜ ਨੇ ਇਸ ਕਿਰਦਾਰ ਨੂੰ ਜਿਉਇਆ। ਔਰ ਇਸ ਤੋਂ ਬਾਅਦ ਇਸ ਨਾਟਕ ਨੂੰ ਕੇਵਲ ਧਾਲੀਵਾਲ ਦੀ ਡਿਜ਼ਾਈਨਿੰਗ ਦੇ ਵਿੱਚ ਪੰਜਾਬੀ ਦੇ ਇੱਕ ਹੋਰ ਨਿਰਦੇਸ਼ਕ ਜਸਕਰਨ ਨੇ ਪ੍ਰੈਜ਼ੈਂਟ ਕੀਤਾ। ਉਸਨੇ ਸਟੇਜ ਦੇ ਉੱਪਰ ਖੇਡਾ, ਉਸਨੇ ਨਾ ਸਿਰਫ ਨਿਰਦੇਸ਼ਿਤ ਕੀਤਾ ਇਸ ਨਾਟਕ ਨੂੰ, ਬਲਕਿ ਇਸ ਵਿੱਚ ਰੋਲ ਵੀ ਕੀਤਾ। ਤੇ ਜਸਕਰਨ ਨੇ ਇਸ ਨਾਟਕ ਦੀਆਂ ਪੰਜਾਬ, ਦੇਸ਼ ਤੇ ਈਵਨ ਬਾਹਰ ਕੈਨੇਡਾ ਵਿੱਚ ਵੀ ਕਈ ਪੇਸ਼ਕਾਰੀਆਂ ਕੀਤੀਆਂ। ਮੈਂ ਇਸ ਨਾਟਕ ਦੇ ਬਾਰੇ ਜਸਕਰਨ, ਉਹ ਵੀ ਪ੍ਰੋਫੈਸਰ ਸਨ ਮੁਕੰਦਪੁਰ ਦੇ ਕਾਲਜ ਦੇ ਵਿੱਚ, ਪ੍ਰੋਫੈਸਰ ਜਸਕਰਨ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹਾਂਗਾ। ਖਾਸ ਤੌਰ ਦੇ ਉੱਤੇ ਇਹਦੀ ਐਕਟਿੰਗ ਦੇ ਉੱਤੇ ਜਿਹੜਾ ਕੰਮ ਕੀਤਾ ਸੀ, ਅਸੀਂ ਬਹੁਤ ਲੰਬਾ ਇਹਦੇ ਉੱਤੇ ਸਮਾਂ ਲਾਇਆ ਇਹਨੂੰ ਇੰਟਰਨਲਾਈਜ਼ ਕਰਨ ਦੇ ਉੱਤੇ, ਇਹਦੇ ਅਨੁਭਵ ਦੇ ਵਿੱਚ, ਕਿ ਇੱਕ ਡਾਇਲੌਗ ਦੇ ਵਿੱਚ ਉਹ ਐਕਟਰ ਕਹਿ ਰਿਹਾ ਕਿ ਰੋ ਰਿਹਾ, ਔਰ ਇੰਨਾ ਬੁਰੀ ਤਰ੍ਹਾਂ ਰੋ ਰਿਹਾ ਕਿ ਦਰਸ਼ਕ ਉਹਦੇ ਨਾਲ ਵਹਿ ਤੁਰਦੇ ਨੇ, ਤੇ ਫਿਰ ਇੱਕਦਮ ਉਹ ਰੁਕਦਾ ਉੱਥੇ, ਕਿ ਤੁਹਾਨੂੰ ਲੱਗਿਆ ਹੋਣਾ ਸ਼ਾਇਦ ਮੈਂ ਸੱਚਮੁੱਚ ਰੋ ਰਿਹਾ, ਦਰਅਸਲ ਮੈਂ ਰੋ ਨਹੀਂ ਸੀ ਰਿਹਾ, ਰੋਣ ਦੀ ਐਕਟਿੰਗ ਕਰ ਰਿਹਾ ਸੀ। ਉਹ ਜਿਹੜੇ ਪੁਆਇੰਟਸ ਨੇ ਕਿ ਜਾਂ ਤਾਂ ਤੁਸੀਂ ਪਹਿਲਾਂ ਉਹਦੇ 'ਚ ਇੰਨਾ ਡੀਪ ਜਾਓਗੇ, ਤੇ ਫਿਰ ਉਹਨੂੰ ਸਵਿਚ ਔਨ ਆਫ ਇੱਕ ਐਕਟਰ ਕਿੱਦਾਂ ਕਰਦਾ ਆਪਣਾ, ਇੱਕ ਬੜਾ ਵੱਖਰਾ ਅਨੁਭਵ ਸੀ ਮੇਰੇ ਲਈ। ਇਹ ਬਹੁਤ ਵੱਡਾ ਚੈਲੰਜ ਸੀ, ਕਿਉਂਕਿ ਮੇਰੀ ਐਕਟਿੰਗ ਦੇ ਵਿੱਚ ਕੋਈ ਏਡਾ ਲੰਬਾ ਤਜਰਬਾ ਨਹੀਂ ਸੀ, ਨਾ ਮੈਨੂੰ ਬਹੁਤਾ ਇਹਦੇ ਬਾਰੇ ਨਿਰਦੇਸ਼ਨ ਮੈਂ ਕੀਤਾ ਸੀ, ਪਰ ਐਜ਼ ਐਨ ਐਕਟਰ ਕੰਮ ਕਰਨਾ। ਔਰ ਜਦੋਂ ਅਸੀਂ ਕਰਨ ਲੱਗੇ ਸੀ, ਡਾਕਟਰ ਆਤਮਜੀਤ ਸਾਡੇ ਪ੍ਰਿੰਸੀਪਲ ਸੀ, ਉਹ ਮੈਨੂੰ ਕਹਿੰਦੇ ਵੀ ਇਹ ਕਾਕਾ ਤੂੰ ਉਹ ਕੰਮ ਕਰਨ ਲੱਗਿਆ ਵੀ ਆਪ ਖੂਹ ਪੱਟ ਕੇ ਛਾਲ ਮਾਰਨ ਲੱਗਿਆ, ਵੀ ਇੱਕ ਸਾਰਾ ਸੈਟਅਪ ਕਰਕੇ, ਤੇ ਜੇ ਇਸ ਕੰਮ ਦੇ ਵਿੱਚ ਤੇਰੀ ਮੁਹਾਰਤ ਇੰਨੀ ਨਹੀਂ ਆ ਪਰ ਤੂੰ ਫਿਰ ਵੀ ਉਹ ਕੰਮ ਕਰਨ ਲੱਗਿਆ, ਤੇ ਇੱਕ ਸਾਡੇ ਲਈ ਚੈਲੰਜ ਵੀ ਸੀਗਾ। ਫਿਰ ਡਾਕਟਰ ਸਾਹਿਬ ਨੇ ਇੰਨਾ ਜ਼ਿਆਦਾ ਉਹਨਾਂ ਨੇ
ਬਾਰੀਕੀਆਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਬਾਅਦ ਦੇ ਵਿੱਚ ਵੀ ਲੰਬਾ ਸਮਾਂ ਇਸ ਨਾਟਕ ਦੇ ਉੱਤੇ ਗੱਲ ਕਰਦੇ ਰਹੇ। ਇਸ ਨਾਟਕ ਦੇ ਵਿੱਚ ਐਕਟਿੰਗ ਦਾ ਬਹੁਤ ਸਕੋਪ ਆ, ਇਸ ਨਾਟਕ ਦੇ ਵਿੱਚ ਨਿਰਦੇਸ਼ਕ ਦਾ ਬਹੁਤ ਸਕੋਪ ਆ। ਹਾਲਾਂਕਿ ਇਹ ਗੱਲ ਕਿਸੇ ਨਾਟਕ ਬਾਰੇ ਵੀ ਕਹੀ ਜਾ ਸਕਦੀ, ਪਰ ਇਹਦੇ ਵਿੱਚ ਸੱਚਮੁੱਚ ਬਹੁਤ ਸਕੋਪ ਆ। ਤੁਸੀਂ ਇਮੈਜਿਨ ਕਰਕੇ ਜੋ ਮਰਜ਼ੀ ਇਹਦੇ ਵਿੱਚੋਂ ਉਹਦੇ ਵਿੱਚੋਂ ਕ੍ਰੀਏਟ ਕਰ ਸਕਦੇ ਆ, ਜਿੱਥੇ ਤੱਕ ਮਰਜ਼ੀ ਤੁਸੀਂ ਉਹਦੇ ਵਿੱਚ ਜਾ ਸਕਦੇ ਹੋ। ਔਰ ਜਦੋਂ ਅਸੀਂ ਕੈਨੇਡਾ ਦੇ ਵਿੱਚ ਕੀਤਾ ਸੀ, ਜਿੱਥੇ ਕਿ ਉੱਥੋਂ ਦੀ ਯੂਨੀਵਰਸਿਟੀ ਦੇ ਜਿਹੜੇ UBC ਦੇ ਪੰਜਾਬੀ ਡਿਪਾਰਟਮੈਂਟ ਦੀ ਪ੍ਰੋਫੈਸਰ ਏਸ਼ੀਅਨ ਸਾਊਥ ਏਸ਼ੀਅਨ ਸਟੱਡੀਜ਼ ਦੀ ਡਾਕਟਰ ਐਨ ਮਰਫੀ, ਉਹਨੇ ਖਾਸ ਤੌਰ ਦੇ ਉੱਤੇ ਇਹਨੂੰ ਪਸੰਦ ਕੀਤਾ ਸੀ, ਜਾਂ ਜਿਹੜੇ ਹੋਰ ਨਾਮਵਰ ਬੰਦੇ ਨੇ। ਇੱਕ ਬਹੁਤ ਵੱਖਰਾ ਅਨੁਭਵ ਮੇਰੇ ਲਈ, ਔਰ ਮੈਨੂੰ ਲੱਗਦਾ ਕਿ ਪੰਜਾਬੀ ਨਾਟਕ ਦੇ ਵਿੱਚ ਇਹ ਨਾਟਕ ਸੱਚਮੁੱਚ ਜਿਹੜਾ ਇੱਕ ਕਮਾਲ ਦਾ ਨਾਟਕ ਆ। ਤੇ ਜਿਹੜੇ ਇਹਦੇ ਵਿੱਚ ਜਿਹੜਾ ਸਕੋਪ ਪਿਆ ਇੱਕ ਐਕਟਰ ਲਈ, ਇੱਕ ਡਾਇਰੈਕਟਰ ਲਈ, ਇੱਕ ਡਿਜ਼ਾਈਨਰ ਲਈ, ਇੱਕ ਲਾਈਟਿੰਗ ਦਾ, ਉਹ ਬਹੁਤ ਆਪਣੇ ਆਪ ਦੇ ਵਿੱਚ ਵੱਡਾ ਹੈ। ਪ੍ਰੋਫੈਸਰ ਗੌਰਵੀ ਤੇ ਜਸਕਰਨ ਦੋਨਾਂ ਦੇ ਵਿੱਚ ਖਾਸੀਅਤ ਇਹ ਸੀ ਕਿ ਦੋਨੋਂ ਖੁਦ ਅਧਿਆਪਕ ਸਨ। ਉਹ ਇੱਕ ਅਧਿਆਪਕ ਦੇ ਕਾਰ ਵਿਹਾਰ ਨੂੰ, ਬਾਡੀ ਲੈਂਗੁਏਜ ਨੂੰ, ਔਰ ਉਹਨਾਂ ਦੇ ਦੁੱਖ ਤਕਲੀਫਾਂ ਨੂੰ, ਉਹਨਾਂ ਦੀਆਂ ਚਲਾਕੀਆਂ ਨੂੰ, ਉਹਨਾਂ ਦੀਆਂ ਸ਼ਰਾਰਤਾਂ ਨੂੰ, ਇੱਕ ਇੱਕ ਚੀਜ਼ ਨੂੰ ਨੇੜੇ ਤੋਂ ਸਮਝਦੇ ਸਨ। ਇਸ ਚੀਜ਼ ਨੇ ਦੋਨਾਂ ਨੂੰ ਬਹੁਤ ਪੇ ਕੀਤਾ ਤੇ ਉਹ ਦੋਨੋਂ ਹੀ ਆਤਮਾ ਰਾਮ ਦਾ ਕਿਰਦਾਰ ਸਿਰਜਣ ਦੇ ਵਿੱਚ ਸਫਲ ਹੋਏ। ਇਸ ਤੋਂ ਇਲਾਵਾ ਵੀ ਨਾਟਕ ਦੇ ਵਿੱਚ ਕੁਝ ਹੋਰ ਨਾਟ ਯੁਗਤਾਂ ਦਾ ਇਸਤੇਮਾਲ ਕੀਤਾ, ਜਿਹਨੂੰ ਮੈਂ ਜ਼ਿਆਦਾਤਰ ਪਿੱਠ ਭੂਮੀ ਤੋਂ ਆਵਾਜ਼ਾਂ ਲਿਆ ਕੇ ਟੈਕਲ ਕੀਤਾ। ਇਹ ਪੰਜਾਬੀ ਨਾਟਕ ਦੀ ਜਾਣੀ ਪਛਾਣੀ ਤਕਨੀਕ ਹੈ। ਔਰ ਕਲਾਈਮੈਕਸ ਜਿਹੜਾ ਸੀ ਉਹ ਮੇਰੇ ਲਈ ਬਹੁਤ ਇੱਕ ਵੱਡਾ ਚੈਲੰਜ ਬਣ ਗਿਆ ਸੀ, ਕਿਉਂਕਿ ਉਹ ਸਿੰਬੋਲਿਕ ਸੀ। ਆਤਮਾ ਰਾਮ ਦਾ ਮਰਨਾ ਇੱਕ ਬਹੁਤ ਸਿੰਬੋਲਿਕ ਸੀ। ਔਰ ਜਦੋਂ ਆਤਮਾ ਰਾਮ ਉਹਦੀ ਹੱਤਿਆ ਹੁੰਦੀ ਹੈ ਤਾਂ ਉਹ ਇੱਕ ਖੰਡਿਤ ਮਾਨਸਿਕਤਾ ਵਾਲਾ ਪਾਗਲ ਕਿਸਮ ਦਾ ਇਨਸਾਨ ਬਣ ਚੁੱਕਿਆ। ਇਹ ਦੋਨਾਂ ਅਦਾਕਾਰਾਂ ਦੇ ਲਈ ਬਹੁਤ ਵਧੀਆ ਤਰੀਕੇ ਨਾਲ ਉਸ ਸੀਨ ਨੂੰ ਕਰਨਾ ਤਾਂ ਲਾਜ਼ਮੀ ਸੀ। ਮੇਰੇ ਲਈ ਵੀ ਇਹ ਬਹੁਤ ਲਾਜ਼ਮੀ ਹੋ ਗਿਆ ਸੀ ਕਿ ਪੱਥਰ ਤਾਂ ਆ ਨਹੀਂ ਰਹੇ, ਪੱਥਰ ਤਾਂ ਕੋਈ ਮਾਰ ਨਹੀਂ ਰਿਹਾ, ਆਤਮਾ ਰਾਮ ਦੀ ਹੱਤਿਆ ਕੋਈ ਨਹੀਂ ਕਰ ਰਿਹਾ, ਇਕੱਲਾ ਆਤਮਾ ਰਾਮ ਸਟੇਜ ਤੇ ਆ। ਤਾਂ ਫਿਰ ਅਸੀਂ ਬਹੁਤ ਜ਼ਿਆਦਾ ਪਿੱਠ ਹੈਵੀ, ਮਤਲਬ ਕਿ ਕਹਿ ਸਕਦੇ ਹਾਂ ਪਿੱਠ ਭੂਮੀ ਸੰਗੀਤ ਇਸਤੇਮਾਲ ਕੀਤਾ, ਸਾਊਂਡ ਇਫੈਕਟਸ ਇਸਤੇਮਾਲ ਕੀਤੇ, ਨਾਲ ਅਦਾਕਾਰੀ ਦਾ ਜਿਵੇਂ ਕਹਿ ਸਕਦੇ ਹਾਂ ਕਿ ਅਸੀਂ ਉਸ ਨੂੰ ਕਿਹਾ ਕਿ ਇੱਥੇ ਥੋੜ੍ਹੀ ਜਿਹੀ ਲਾਊਡ ਐਕਟਿੰਗ ਵੀ ਕਰਨੀ ਪਵੇ ਤਾਂ ਉਹ ਕਰੇ, ਦੋਨਾਂ ਨੇ। ਔਰ ਇਹਦੇ ਨਾਲ ਕੁੱਲ ਮਿਲਾ ਕੇ ਇੱਕ ਵੈਸੇ ਵੀ ਕਲਾਈਮੈਕਸ ਆ ਚੁੱਕਿਆ ਸੀ, ਦਰਸ਼ਕ ਮਾਨਸਿਕ ਰੂਪ ਦੇ ਵਿੱਚ ਤਿਆਰ ਸਨ। ਤਾਂ ਫਿਰ ਇੱਕ ਵੱਡੇ ਪੱਧਰ ਦਾ ਉੱਥੇ ਕਲਾਈਮੈਕਸ ਜਿਹੜਾ ਸੀ ਉਹ ਸਟੇਜ ਦੇ ਉੱਪਰ ਨਿਖਰ ਕੇ ਸਾਹਮਣੇ ਆਇਆ। ਔਰ ਅਗਲਾ ਚੈਲੰਜ ਇਹ ਸੀ ਕਿ ਇਸ ਕਲਾਈਮੈਕਸ ਤੋਂ ਬਾਅਦ ਮੇਰਾ ਇੱਕ ਸਮਾਪਨ ਕਨਕਲੂਜਨ ਵਾਲਾ ਹੈ, ਜਦੋਂ ਸਾਰਾ ਸਟਾਫ ਫੈਸਲਾ ਕਰਦਾ ਹੈ ਕਿ ਇਸ ਬੰਦ ਪਏ ਕਮਰੇ ਦਾ ਕੀ ਕਰਨਾ ਹੈ। ਇੱਕ ਬਹੁਤ ਵੱਡੇ ਕਲਾਈਮੈਕਸ ਤੋਂ ਬਾਅਦ ਬਿਲਕੁਲ ਸ਼ੂਨਿਆ, ਇੱਦਾਂ ਕਹੋ ਕਿ ਸ਼ਾਂਤੀ ਦੇ ਵਿੱਚ ਕੁਝ ਲੋਕਾਂ ਦੀਆਂ ਆਵਾਜ਼ਾਂ ਨੇ। ਸਟੇਜ 'ਤੇ ਤਾਂ ਉੱਥੇ ਵੀ ਕੁਝ ਨਹੀਂ, ਬਸ ਸਿਰਫ ਆਵਾਜ਼ਾਂ ਨੇ। ਔਰ ਯਕੀਨ ਮੰਨੋ ਕਿ ਐਡੇ ਵੱਡੇ ਕਲਾਈਮੈਕਸ ਤੋਂ ਬਾਅਦ ਜਦੋਂ ਉਹ ਅਤੀਤ ਵਿੱਚ ਆਵਾਜ਼ਾਂ ਸਟੇਜ 'ਤੇ ਗੂੰਜਣੀਆਂ ਹੁੰਦੀਆਂ ਸਨ, ਦਰਸ਼ਕ ਉਸ ਸੀਨ ਨੂੰ ਸਗੋਂ ਜ਼ਿਆਦਾ ਇੰਜੋਏ ਕਰਦੇ ਸਨ, ਕਿਉਂਕਿ ਉਹਦੇ ਵਿੱਚ ਇੱਕ ਸਟਾਇਰ ਪਿਆ ਕਿ ਇੱਕ ਬੰਦਾ ਜਿਹੜਾ ਲੜਦਾ ਹੋਇਆ ਮਰ ਗਿਆ, ਸ਼ਹੀਦ ਹੀ ਹੋ ਗਿਆ ਆਲਮੋਸਟ, ਉਦੋਂ ਬਾਅਦ ਸਿਸਟਮ ਉਸ ਦੇ ਨਾਲ ਕੀ ਕਰ ਰਿਹਾ। ਦਰਸ਼ਕ ਉਸ ਸਟਾਇਰ ਨੂੰ ਵੀ ਮਹਿਸੂਸ ਕਰਦੇ ਸਨ। ਮੈਂ ਇਹ ਨਹੀਂ ਕਹਿ ਸਕਦਾ ਕਿ ਇੱਕ ਸੋਲੋ ਨਾਟਕ ਦੇ ਤੌਰ 'ਤੇ ਮੇਰਾ ਇਹ ਨਾਟਕ ਕਿੰਨਾ ਕੁ ਕਾਮਯਾਬ ਨਾਟਕ ਹੈ, ਪਰ ਇੱਕ ਸੋਲੋ ਨਾਟਕ ਦੇ ਪ੍ਰਯੋਗ ਦੇ ਤੌਰ 'ਤੇ ਵਿਸ਼ੇ ਪੱਖੋਂ, ਵਿਸ਼ੇ ਦੇ ਪਸਾਰ ਪੱਖੋਂ, ਮੰਚੀ ਜੁਗਤਾਂ ਤੇ ਵਿਅੰਗ ਪੱਖੋਂ, ਜਾਂ ਇੱਕ ਪਿਆਸੇ ਕਾਂ ਦੇ ਚਿੰਨ੍ਹ ਨੂੰ ਇਸ ਤਰੀਕੇ ਨਾਲ ਵਰਤਣ ਦੇ ਲਈ ਮੈਨੂੰ ਆਪਣਾ ਇਹ ਨਾਟਕ ਬਹੁਤ ਪਸੰਦ ਹੈ।